ਵਾਹਿਗੁਰੂ ਸਾਹਿਬ ਜੀ। ਬੀਰਜ ਨਾਦ ਬਾਚ ਸੈਨਾ ਪ੍ਰਤ ਬਿਸਨ ਪਾਦ ਸ਼ੰਤ ਪੁਨਿਆਕੀ ਕੀ। ਬਹੁ ਬਹੁ ਉਪਾਏ ਹਉ ਕਰ ਥਕਿਓ ਕਛ ਬਸਾਤ ਨਹਿ ਜਗਦੀਸ਼ ਸੋ। ਬਲ ਓਜ ਸਾਹਸ ਬੁੱਧ ਪਰਾਕਰਮ ਉਪਾਏ ਨਾਨਾ ਈਸ ਸੋ। ਬਹੁ ਬਹੁ ਉਪਾਏ ਹਉ ਕਰ ਥਕਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਿਰਪਾ ਦੇ ਘਰ ਵਿੱਚ ਆ ਕਰਕੇ ਆਪਣੇ ਹੀ ਪਾਵਨ ਅਸਥਾਨ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਮਹਾਰਾਜ ਸਾਹਿਬ ਜੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਇਹ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਇਹ ਪਹਿਲੀ ਵਾਰ ਸੁਭਾਗਿਆ ਬਣਿਆ ਹੈ ਕਿ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਇੱਕ ਥਾਂ ਦੇ ਉੱਪਰ ਸੰਪੂਰਨ ਰੂਪ ਵਿੱਚ ਮਹਾਰਾਜ ਕਲਗੀਧਰ ਜੀ ਕਰਵਾ ਰਹੇ ਨੇ। ਸੋ ਆਪਾਂ ਸਾਰੇ ਹੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਪਏ ਹਾਂ। ਸੋ ਮਹਾਰਾਜ ਸਾਹਿਬ ਜੀ ਬਾਹਰਮੁਖੀ ਜੰਗ ਲਿਖਦੇ ਅੰਤਰਮੁਖ ਹੋ ਕਰਕੇ ਵਿਵੇਕ ਤੇ ਅਵਿਵੇਕ ਹਰੇਕ ਬੰਦੇ ਦੇ ਅੰਦਰ ਜੋ ਜੰਗ ਚੱਲਦਾ ਹੀ ਰਹਿੰਦਾ ਹੈ। ਬੰਦੇ ਦੇ ਅੰਦਰ ਹਮੇਸ਼ਾ ਦੋ ਸੋਚਾਂ ਉੱਠਦੀਆਂ ਨੇ, ਇੱਕ ਚੰਗੀ ਇੱਕ ਮਾੜੀ। ਇੱਕ ਨੂੰ ਕੁਵਿਰਤ ਕਹਿੰਦੇ ਨੇ, ਇੱਕ ਨੂੰ ਸੁਭ੍ਰਿਤ ਕਹਿੰਦੇ ਨੇ। ਜਦੋਂ ਵੀ ਬੰਦਾ ਕੋਈ ਕੰਮ ਕਰਨ ਲੱਗਦਾ ਏ ਪਹਿਲਾਂ ਚੰਗੀ ਸੋਚ ਉੱਠੇਗੀ, ਫਿਰ ਬੁਰੀ ਉੱਠੇਗੀ, ਫਿਰ ਚੰਗੀ ਉੱਠੇਗੀ। ਜਿਹਦਾ ਜ਼ੋਰ ਪੈ ਜਾਵੇ ਬੰਦਾ ਉਹੋ ਜਿਹਾ ਚੰਗਾ ਤੇ ਮਾੜਾ ਕੰਮ ਕਰ ਲੈਂਦਾ ਏ। ਸੱਚੇ ਪਾਤਸ਼ਾਹ ਜੀ ਨੇ ਇਹ ਜੰਗ ਚੱਲਦਿਆਂ ਇੱਕ ਪਾਸੇ ਸਰਬਲੋ ਹੈ, ਇੱਕ ਪਾਸੇ ਬੀਰਜਨਾਦ ਹੈ, ਤੇ ਮਹਾਰਾਜ ਸਾਹਿਬ ਜੀ ਇਹਨੂੰ ਅੰਤਰਮੁਖ ਲੈ ਗਏ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ। ਮਹਾਰਾਜ ਜੀ ਬਾਹਰ ਮੁਖ ਤੋਂ ਅੰਤਰਮੁਖ ਗਏ ਨੇ। ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ ਅਵਤਾਰਾਂ ਦੀ ਕਥਾ ਆਉਂਦੀ ਹੈ ਉੱਥੇ ਵੀ ਮਹਾਰਾਜ ਸਾਹਿਬ ਜੀ ਨੇ ਵਿਵੇਕ ਤੇ ਅਵਿਵੇਕ ਦਾ ਜੰਗ ਲਿਖਿਆ ਹੈ। ਪਹਿਲਾਂ ਅਵਤਾਰਾਂ ਦੀ ਕਥਾ ਹੈ, ਉਹਨਾਂ ਦੇ ਜੰਗ ਜਹਾਦ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਵਿਵੇਕ ਤੇ ਅਵਿਵੇਕ ਦੀ ਕਥਾ ਤੇ ਭੋਗ ਪਾਇਆ ਹੈ ਜਾ ਕਰਕੇ। ਇੱਥੇ ਵੀ ਬੜਾ ਹੀ ਵਿਸ਼ਾਲ ਗ੍ਰੰਥ ਹੈ। ਇੱਕ ਪਾਸੇ ਬੀਰਜਨਾਦ ਹੈ, ਇੱਕ ਪਾਸੇ ਸਰਬਲੋ ਹੈ। ਕਥਾ ਲਿਖਦੇ ਮਹਾਰਾਜ ਸਾਹਿਬ ਜੀ ਅੰਤਰਮੁਖ ਹੋਏ ਤੇ ਵਿਵੇਕ ਤੇ ਅਵਿਵੇਕ ਦਾ ਪ੍ਰਸੰਗ ਮਹਾਰਾਜ ਨੇ ਤੋਰਿਆ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਕਾਮ ਲੋਭ ਕੁਚੀਲ ਕਾਮ ਮੋਹ ਸੰਧਾਨਿਓ ਬਾਣ। ਪਾਂਚ ਬਾਣ ਇਹ ਦੁਰਗਮ ਆਤ ਛਾੜੇ ਅਦਭੁਤ ਧਾਨ। ਮਹਾਰਾਜ ਕਹਿੰਦੇ ਕ੍ਰੋਧ ਲੋਭ ਕੁਚੀਲ ਤੇ ਕਾਮ ਤੇ ਮੋਹ ਇਹ ਪੰਜ ਤੀਰ ਜਿਹੜੇ ਨੇ ਬੀਰਜਨਾਦ ਨੇ ਛੱਡੇ ਹਨ। ਇਹਨਾਂ ਨੂੰ ਰੋਕਣ ਵਾਸਤੇ ਸਰਬਲੋ ਭਗਵਾਨ ਨੇ ਸ਼ਮਾ ਸੰਤੋਖੰ ਨੇਮ ਜਤ ਬੈਰਾਗ ਦਾਨ ਇਸਰਾਨ ਇਹ ਤੀਰ ਅੱਗੋਂ ਛੱਡਣਾ ਕੀਤੇ ਨੇ। ਤੇ ਬੀਰਜਨਾਦ ਨੇ ਜੋ ਇਹ ਪੰਜ ਵਕਾਰਾਂ ਦੇ ਤੀਰ ਛੱਡੇ ਨੇ ਇਹਨਾਂ ਤੋਂ ਬਚਾ ਕੀਤਾ ਹੈ। ਵਿਦਵਾਨਾਂ ਦੇ ਨਾਲ ਗੁਰਮਤਾ ਕਰੀਏ, ਵਿਚਾਰ ਕਰੀਏ ਤਾਂ ਉਹ ਇਹ ਪ੍ਰਸੰਗ ਨੂੰ ਇੱਦਾਂ ਲੈਂਦੇ ਨੇ ਕਿ ਜਿਵੇਂ ਬੰਦਾ ਜੰਗ ਦੇ ਮੈਦਾਨ ਵਿੱਚ ਹਾਰਦਾ ਹੋਵੇ, ਉਹ ਜੇਤੂ ਦੀ ਤਰਫ ਵੱਲ ਮੂੰਹ ਕਰਕੇ ਬਦਦੁਆਵਾਂ ਦਿੰਦਾ ਏ, ਆਹਾਂ ਦਿੰਦਾ ਹੈ। ਇਦਾਂ ਹੀ ਆਹਾਂ ਰੂਪੀ ਧਨਕ ਤੋਂ ਇਹ ਵਕਾਰਾਂ ਰੂਪੀ ਪੰਜ ਤੀਰ ਛੱਡੇ ਹਨ।
ਤੇ ਅੱਗੋਂ ਸਰਬਲੋ ਭਗਵਾਨ ਨੇ ਚੜ੍ਹਦੀ ਕਲਾ ਰੂਪੀ ਧਨਕ ਤੋਂ ਸ਼ਮਾ ਸੰਤੋਖ ਵਗੈਰਾ ਬਾਣ ਛੱਡੇ ਨੇ। ਇਸ ਤਰੀਕੇ ਦੇ ਨਾਲ ਉਹ ਕਹਿੰਦੇ ਅੰਤਰਮੁਖੀ ਬੀਰੇਨਾਥ ਦੇ ਸਰਬਲੋ ਭਗਵਾਨ ਦਾ ਜੰਗ ਹੋਇਆ। ਇਸ ਤਰੀਕੇ ਦੇ ਨਾਲ ਵਿਚਾਰ ਦਿੰਦੇ ਨੇ। ਉਂਝ ਵੀ ਵੇਖਿਆ ਜਾਵੇ ਤੇ ਤੀਰਾਂ ਦੇ ਉੱਪਰ ਮੰਤਰ ਪੜ੍ਹ ਕਰਕੇ ਰੋਗ ਵੀ ਪਿੱਛੇ ਛੱਡਦੇ ਰਹੇ ਨੇ ਤੇ ਉਹਨਾਂ ਰੋਗਾਂ ਦਾ ਇਲਾਜ ਸਰਬਲੋ ਭਗਵਾਨ ਜੀ ਤੀਰ ਦੇ ਉੱਪਰ ਮੰਤਰ ਪੜ੍ਹ ਕੇ ਇਲਾਜ ਵੀ ਜੰਗ ਦੇ ਮੈਦਾਨ ਵਿੱਚ ਛੱਡਦੇ ਨੇ। ਇਸ ਪ੍ਰਕਾਰ ਵੀ ਹੋ ਸਕਦਾ ਏ ਵੀ ਤੀਰ ਦੇ ਉੱਪਰ ਕ੍ਰੋਧ ਸੂਰਮਿਆਂ ਨੂੰ ਚੜ ਜਾਵੇ, ਉਹ ਲੋਭੀ ਹੋ ਜਾਣ, ਕਾਮ ਦੇ ਨਾਲ ਮਰਨ, ਮੋਹ ਉਹਨਾਂ ਵਿੱਚ ਪੈ ਜਾਵੇ, ਜੰਗ ਦੀ ਸੋਧੀ ਭੁੱਲ ਜਾਵੇ। ਇਦਾਂ ਪੰਜਾਂ ਤੀਰਾਂ ਦੇ ਉੱਪਰ 5 ਇਹੋ ਜਿਹੇ ਮੰਤਰ ਪੜ੍ਹ ਕੇ ਬੀਰਜਨਾਥ ਨੇ ਜੰਗ ਦੇ ਮੈਦਾਨ ਵਿੱਚ ਛੱਡੇ ਹੋਣ। ਅੱਗੋਂ ਸਰਬਲੋ ਭਗਵਾਨ ਨੇ ਕਿਸ਼ਮਾ ਸੰਤੋਖ ਨੇਮ ਜਤ ਬੈਰਾਗ ਦਾਨ ਇਸਰਾਨ ਇਹ ਤੀਰਾਂ ਦੇ ਉੱਪਰ ਪੜ੍ਹ ਕਰਕੇ ਮੰਤਰ ਜੰਗ ਦੇ ਮੈਦਾਨ ਵਿੱਚ ਛੱਡੇ ਹੋਣ। ਇਸ ਤਰੀਕੇ ਦੇ ਨਾਲ ਵੀ ਸੰਪਰਦਾਇ ਗਿਆਨੀਆਂ ਦਾ ਵਿਚਾਰ ਹੈ। ਸੋ ਮਹਾਰਾਜ ਸਾਹਿਬ ਜੀ ਅੱਗੇ ਹੁਣ ਜੋ ਵਿਵੇਕ ਤੇ ਅਵਿਵੇਕ ਦਾ ਪ੍ਰਸੰਗ ਹੈ ਉਹ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਅੰਤਰਮੁਖ ਹੋ ਕਰਕੇ ਮਨ ਦੀਆਂ ਬਿਰਤੀਆਂ ਨੂੰ ਇਕਾਗਰਚਿਤ ਕਰੀਏ, ਪਿਆਰ ਦੇ ਨਾਲ ਸਾਹਿਬ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਇਹ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਬੀਰਜਨਾਥ ਬਾਚ ਸੈਨਾ ਪ੍ਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਬੀਰਜਨਾਥ ਨੇ ਆਪਣੀ ਸੈਨਾ ਦੇ ਤਾਈ ਕਹਿਣਾ ਕੀਤਾ। ਜੰਗ ਦੇ ਮੈਦਾਨ ਵਿੱਚ ਸਰਬਲੋ ਭਗਵਾਨ ਦੀ ਫੌਜ ਵੇਖ ਕਰਕੇ ਸਰਬਲੋ ਭਗਵਾਨ ਜੰਗ ਦੇ ਮੈਦਾਨ ਵਿੱਚ ਭਾਰੀ ਪੈਂਦਾ ਵੇਖ ਕੇ ਪ੍ਰਤ ਦੇ ਉੱਪਰ 2 ਡੰਡੇ ਹਨ। ਬਿਸਨ ਪਾਦ ਸ਼ੰਤ ਪੁਨਿਆਕੀ ਕੇ ਬਹੁ ਬਹੁ ਉਪਾਏ ਹਉ ਕਰ ਥਕਿਓ। ਹਾਂ ਕਹਿੰਦਾ ਇਹ ਬੀਰਜਨਾਥ ਆਪਣੀ ਸੈਨਾ ਦੇ ਤਾਈ ਮੈਂ ਬਹੁਤੇ ਤੋਂ ਬਹੁਤੇ ਯਤਨ ਕਰਕੇ ਥੱਕ ਗਿਆ ਹਾਂ। ਕਛ ਬਸਾਤ ਨਹਿ ਜਗਦੀਸ਼ ਸੋ। ਹਾਂ ਜੋ ਜਗਤ ਦੇ ਈਸ਼ਵਰ ਸਰਬਲੋ ਭਗਵਾਨ ਜੀ ਨੇ ਉਹਨਾਂ ਦੇ ਅੱਗੇ ਮੇਰਾ ਕੱਛ ਥੋੜਾ ਜਿਹਾ ਵੀ ਬਸਾਤ ਬਸ ਨਹੀਂ ਚੱਲਦਾ। ਬਲ ਓਜ ਸਾਹਸ ਬੁੱਧ ਪਰਾਕਰਮ। ਮੈਂ ਆਪਣੇ ਬਲ ਕਰਕੇ ਓਜ ਮਨੋਬਲ ਕਰਕੇ ਸਾਹਸ ਉਦਮ ਕਰਕੇ ਬੁੱਧੀ ਕਰਕੇ ਅਤੇ ਸਰੀਰ ਦੇ ਪਰਾਕਰਮ ਬਲ ਕਰਕੇ ਉਪਾਏ ਨਾਨਾ ਈਸ ਸੋ। ਹਾਂ ਉਪਾਏ ਯਤਨ ਨਾਨਾ ਅਨੇਕ ਪ੍ਰਕਾਰ ਦੇ ਕੀਤੇ ਤਾਂ ਕਿ ਈਸ ਸਰਬਲੋ ਭਗਵਾਨ ਦੇ ਸੋਹ ਨਾਲੋਂ ਮੈਂ ਜੰਗ ਦੇ ਮੈਦਾਨ ਦੇ ਵਿੱਚ ਉੱਚਾ ਜੇਤੂ ਹੋ ਜਾਵਾਂ। ਪਰ ਕੋਈ ਵੀ ਯਤਨ ਸਰਬਲੋ ਭਗਵਾਨ ਦੇ ਉੱਪਰ ਮੇਰਾ ਨਹੀਂ ਚੱਲਿਆ। ਪਰ ਪੰਚ ਛਿਦਰ ਦਰੋਹ ਦੁਰਮਤ। ਹਾਂ ਪ੍ਰਪੰਚ ਛਲ ਕਰਨਾ ਇਸੇ ਤਰ੍ਹਾਂ ਛਿਦਰ ਦਰੋਹ ਤੇ ਦੁਰਮਤ। ਕਰ ਥਕਿਓ ਮਨ ਹਰ ਰੀਸ ਸੋ। ਹਾਂ ਮੈਂ ਕਰਕੇ ਥੱਕ ਗਿਆ ਹਾਂ। ਮਨ ਕਰਕੇ ਹਰੀ ਦੀ ਰੀਸ ਬਰਾਬਰੀ ਕਰਨੀ ਚਾਹੀਏ ਪਰ ਉਹ ਬਰਾਬਰੀ ਕਰਨ ਦੇ ਨਾਲੋਂ ਹੁਣ ਮੈਂ ਥੱਕ ਗਿਆ ਹਾਂ। ਹਟਿਓ ਸੰਗਰ ਤ੍ਰੇ ਲੋਕ ਜਾਣਿਓ। ਹਾਂ ਸਰਬਲੋ ਭਗਵਾਨ ਦੇ ਅੱਗੇ ਮੈਂ ਭਾਰੀ ਜੰਗ ਕੀਤਾ। ਸਰਬਲੋ ਭਗਵਾਨ ਦੇ ਨਾਲ ਲੋਹਾ ਲਿਆ। ਤਿੰਨੇ ਲੋਕਾਂ ਨੇ ਇਹ ਗੱਲ ਨੂੰ ਜਾਣਨਾ ਕੀਤਾ। ਮੋਹਿ ਮੁੜਤ ਸੋਭ ਨਾ ਛਤੀਸ ਸੋ। ਹਾਂ ਜੋ ਛਿਤ ਧਰਤੀ ਦਾ ਈਸ ਮਾਲਕ ਹੈ ਉਸ ਸਰਬਲੋ ਭਗਵਾਨ ਦੇ ਜੰਗ ਦੇ ਨਾਲੋਂ ਹੁਣ ਮੈਂ ਪਿਛਾਂਹ ਮੁੜ ਜਾਵਾਂ ਇਹ ਗੱਲ ਮੈਨੂੰ ਸੋਭਦੀ ਨਹੀਂ ਹੈ। ਮੋਹਿ ਮੁੜਤ ਮੋਹਿ ਮੇਰਾ ਮੁੜਤ ਮੈਨੇ ਮੁੜਨਾ ਇਹ ਸੋਭਦਾ ਨਹੀਂ ਹੈ ਸਰਬਲੋ ਭਗਵਾਨ ਦੇ ਜੰਗ ਨਾਲੋਂ ਪਿੱਛੇ। ਭ੍ਰਮ ਕਲਹਿ ਨਾਰਦ ਜੁਤ ਬੈਰ। ਹਾਂ ਕਿਸੇ ਨੂੰ ਭਰਮ ਪਾ ਦੇਣਾ ਜੰਗ ਦੇ ਮੈਦਾਨ ਵਿੱਚ। ਇਸੇ ਤਰ੍ਹਾਂ ਨਾਰਦ ਦੀ ਜੋ ਘਰ ਵਾਲੀ ਕਲਾ ਹੈ ਇਹਦੇ ਸਮੇਤ ਮੈਂ ਬਹੁਤਾ ਬੈਰ ਜੰਗ ਦੇ ਮੈਦਾਨ ਦੇ ਵਿੱਚ ਮਚਾਉਣਾ ਕੀਤਾ ਹੈ। ਕਾਲਸ ਦੁਰਵ੍ਰਿਤ ਦੁਰਮਤ ਮਦ ਬੇਮਦ। ਹਾਂ ਇੱਥੋਂ ਮਹਾਰਾਜ ਕਲਗੀਧਰ ਜੀ ਸੂਰਮਿਆਂ ਦੇ ਨਾਮ ਗਿਣਦੇ ਪਏ। ਜੰਗ ਦੇ ਮੈਦਾਨ ਦੇ ਵਿੱਚ ਭਰਮ ਪਾ ਦੇਣਾ। ਇਸੇ ਤਰ੍ਹਾਂ ਨਾਰਦ ਦੀ ਘਰ ਵਾਲੀ ਕਲੇ ਉਹਦੇ ਸਮੇਤ ਬੈਰਨਾਮੀ ਸੂਰਮਾ। ਇਸੇ ਤਰ੍ਹਾਂ ਆਲਸ ਕਰਨਾ, ਦੁਰਵਿਤ ਖੋਟੀ ਬਿਰਤੀ ਰੱਖਣੀ, ਦੁਰਮਤ ਖੋਟੀ ਬੁੱਧੀ ਅਤੇ ਬਿਮਦ ਨਾਮ ਗੁਰੂ ਖਾਲਸਾ ਜੀ ਖੁਸ਼ੀ ਦਾ ਹੈ
ਤੇ ਮਦ ਨਾਮ ਹੰਕਾਰ ਦਾ ਹੈ। ਇਹ ਜਿਹੜੇ ਸੂਰਮੇ ਹਨ ਬੀਰਜਨਾਦ ਨੇ ਜੰਗ ਦੇ ਮੈਦਾਨ ਨੂੰ ਭੇਜਣਾ ਕੀਤੇ ਨੇ। ਗੁਮਾਨ ਰੋਸ ਅਪਮਾਨ ਦੁਸ਼ੀਲ। ਹਾਂ, ਗੁਮਾਨ ਕਹਿੰਦੇ ਨੇ ਹੰਕਾਰ ਨੂੰ, ਅਤੇ ਇਸੇ ਤਰ੍ਹਾਂ ਰੋਸ ਮੈਨੇ ਗੁੱਸਾ, ਅਪਮਾਨ ਮੈਨੇ ਵੀ ਕਿਸੇ ਦਾ ਮਾਣ ਨਾ ਕਰਨਾ, ਤੇ ਦੁਸ਼ੀਲ ਮੈਨੇ ਵੀ ਠੰਡਾ ਸੁਭਾਅ ਨਾ ਰੱਖਣਾ। ਇਹ ਜਿੰਨੇ ਸੂਰਮੇ ਨੇ ਇਹਨਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਬੀਰਜਨਾਦ ਨੇ ਕਿਹਾ ਹੁਣ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਕਰੋ। ਅਨਰਥ ਨਿੰਦਾ ਬ੍ਰਿਤ ਅਸਦ। ਹਾਂ, ਅਨਰਥ ਦਾ ਅਰਥ ਹੁੰਦਾ ਇਹ ਵੀ ਕਿਸੇ ਅਰਥ ਤੋਂ ਉਲਟੀ ਗੱਲ ਕਰਦੇ ਨੇ, ਪਾਪ ਬਰਬਾਦੀ ਕਰਦੇ ਨੇ, ਬੁਰਾ ਕੰਮ ਕਰ ਦੇਣਾ, ਫਿਰ ਨਿੰਦਿਆ ਕਰਨੀ, ਅਤੇ ਇਸੇ ਤਰ੍ਹਾਂ ਵਿਸ਼ਿਆਂ ਵਾਲੀ ਬਿਰਤੀ ਨੂੰ ਬ੍ਰਿਤ ਅਸਦ ਕਹਿੰਦੇ ਨੇ। ਇਹ ਵੀ ਮਹਾਰਾਜ ਸਾਹਿਬ ਜੀ ਨੇ ਕਲਯੁਗਣੀ ਕਹਿੰਦੇ, ਮਹਾਰਾਜ ਕਹਿੰਦੇ ਬੀਰਜਨਾਦ ਨੇ ਕਲਯੁਗਣੀ ਜੰਗ ਦੇ ਮੈਦਾਨ ਵਿੱਚ ਭੇਜਣਾ ਕੀਤੀ ਹੈ। ਤਰਾਸ ਨਸੀਲ ਕਪਟ ਅਹੰਕਾਰ। ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਸੂਰਮਿਆਂ ਨੂੰ ਡਰ ਆ ਜਾਣਾ, ਅਤੇ ਇਸੇ ਤਰ੍ਹਾਂ ਨਸੀਲ ਮੈਨੇ ਉਹਨਾਂ ਦੇ ਮਨ ਵਿੱਚ ਅਸ਼ਾਂਤੀ ਹੋ ਜਾਣੀ, ਕਪਟੀ ਹੋ ਜਾਣਾ, ਅਹੰਕਾਰ ਆ ਜਾਣਾ ਮਨ ਵਿੱਚ। ਦਰੋਹ ਝੂਠ ਚਿੰਤਾ ਚੱਕਰਦ। ਹਾਂ, ਫਿਰ ਕਹਿੰਦੇ ਆ ਦਰੋਹ, ਕਿਸੇ ਨਾਲ ਬੈਰ ਵਿਰੋਧ ਕਰਨਾ, ਝੂਠ, ਇਹ ਚਿੰਤਾ ਰੂਪੀ ਚੱਕਰ, ਚਿੰਤਾ ਚੱਕਰ ਦਾ ਇਕੱਠਾ ਹੀ ਹੈ। ਚਿੰਤਾ ਰੂਪੀ ਚੱਕਰ ਜੰਗ ਦੇ ਮੈਦਾਨ ਦੇ ਵਿੱਚ ਭੇਜਣਾ ਕੀਤਾ। ਅਸੋਭ ਸੰਕ ਅਸੰਤੁਸ਼ਟ ਅਵਿਚਾਰ। ਹਾਂ, ਨਾ ਸ਼ੋਭਣ ਵਾਲੀ ਸ਼ੰਕਾ, ਅਸੰਤੁਸ਼ਟ ਮੈਨੇ ਤ੍ਰਿਸ਼ਨਾ, ਤੇ ਅਵਿਚਾਰ ਮੈਨੇ ਵਿਚਾਰ ਤੋਂ ਬਿਨਾ, ਸਰ ਮੈਨੇ ਤੀਰ। ਇਹਨੇ ਤੀਰ ਭੇਜੇ ਨੇ, ਤੀਰਾਂ ਦੇ ਉੱਪਰ ਬਿਠਾ ਕਰਕੇ ਇਹਨੇ ਸੂਰਮੇ ਜੰਗ ਦੇ ਮੈਦਾਨ ਵਿੱਚ ਭੇਜੇ ਹਨ। ਜਿਹਨੂੰ ਵੀ ਜਿਹੜਾ ਜਾ ਕਰਕੇ ਤੀਰ ਲੱਗਾ ਏ ਉਹਦੇ ਮਨ ਵਿੱਚ ਉਹ ਜਿਹਾ ਫੁਰਨਾ ਉੱਠ ਪਿਆ ਏ। ਜੇ ਕਿਸੇ ਨੂੰ ਭਰਮ ਦਾ ਬਾਣ ਲੱਗਾ ਏ ਜਾ ਕੇ ਉਹ ਭਰਮੀ ਹੋ ਗਿਆ ਏ, ਕਿਸੇ ਨੂੰ ਜਾ ਕਰਕੇ ਕਲਾ ਦਾ ਬਾਣ ਲੱਗਾ ਏ ਉਹ ਕਲਾ ਉਹਦੇ ਮਨ ਵਿੱਚ ਜਾਗ ਪਈ ਏ, ਕਿਸੇ ਨੂੰ ਆਲਸ ਦਾ ਤੀਰ ਲੱਗਾ ਏ ਉਹ ਆਲਸੀ ਹੋ ਗਿਆ ਏ, ਕਿਸੇ ਨੂੰ ਦੁਸ਼ੀਲ ਦਾ ਤੀਰ ਲੱਗਾ ਏ ਉਹ ਅਸ਼ਾਂਤ ਹੋ ਗਿਆ ਏ। ਇਸ ਤਰੀਕੇ ਦੇ ਨਾਲ ਇਹ ਤੀਰ ਭੇਜਣਾ ਕੀਤੇ ਨੇ। ਅਸੋਭ ਸੰਕ ਅਸੰਤੁਸ਼ਟ ਅਵਿਚਾਰ ਸਰ। ਇਸ ਤਰੀਕੇ ਦੇ ਨਾਲ ਪਾਠ ਦਰੁਸਤ ਕਰ ਲੈਣਾ ਜੀ। ਪਠਿਓ ਨਿਸਾਚਰ ਅਭਿਮੰਤਰ ਗਾਦ। ਹਾਂ, ਨਿਸਾਚਰ ਕਹੀਏ ਬੀਰਜਨਾਦ ਨੇ ਇਹ ਤੀਰ ਭੇਜਣਾ ਕੀਤੇ ਹਨ। ਆਬ ਹਿਰਦੇ ਤੋਂ ਮੰਤਰ ਗਦ ਮੈਨੇ ਪੜ੍ਹ ਕਰਕੇ, ਗਦ ਮੈਨੇ ਬਾਣੀ ਪੜ੍ਹ ਕੇ, ਮੰਤਰ ਪੜ੍ਹ ਕੇ ਹਿਰਦਿਓਂ, ਤੇ ਇਹ ਤੀਰ ਭੇਜਣਾ ਕੀਤੇ ਹਨ। ਅਬ ਬੇਕ ਦਿਸ ਦੇ ਕਟ ਬਿੰਸ ਭਟ। ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਅਬਵੇਕ ਦੀ ਦਿਸ਼ਾ ਤੋਂ ਇਹ 26 ਸੂਰਮੇ ਬੀਰਜਨਾਦ ਨੇ ਜੰਗ ਦੇ ਮੈਦਾਨ ਵਿੱਚ ਭੇਜੇ ਨੇ। ਕਿਉਂਕਿ ਗੁਰੂ ਖਾਲਸਾ ਜੀ ਦੋ ਤਰੀਕੇ ਦੀ ਸੰਪਦਾ ਹੁੰਦੀ ਹੈ, ਇੱਕ ਆਸੁਰੀ ਸੰਪਦਾ ਹੁੰਦੀ ਹੈ, ਇੱਕ ਦੈਵੀ ਸੰਪਦਾ ਹੁੰਦੀ ਹੈ। ਸ਼ੁਭ ਗੁਣਾਂ ਨੂੰ ਦੈਵੀ ਸੰਪਦਾ ਕਹਿੰਦੇ ਨੇ, ਅਸ਼ੁਭ ਗੁਣਾਂ ਨੂੰ ਆਸੁਰੀ ਸੰਪਦਾ ਕਹਿੰਦੇ ਨੇ। ਦੈਵੀ ਸੰਪਦਾ ਦਾ ਮਾਲਕ ਵਿਵੇਕ ਕਹਿੰਦੇ ਨੇ, ਤੇ ਆਸੁਰੀ ਸੰਪਦਾ ਦਾ ਮਾਲਕ ਅਵਿਵੇਕ ਕਹਿੰਦੇ ਨੇ। ਤੋ ਬੀਰਜਨਾਦ ਨੇ ਅਵਿਵੇਕ ਦਾ ਸਹਾਰਾ ਲਿਆ ਹੈ, ਕਿਉਂਕਿ ਜਿਹੜੇ ਮਨਮੁਖ ਹੁੰਦੇ ਨੇ, ਦੈਤਯ ਬੁੱਧੀ ਹੁੰਦੇ ਨੇ, ਉਹਨਾਂ ਦੇ ਪੱਲੇ ਅਵਿਵੇਕ ਹੁੰਦਾ ਹੈ। ਜਿਹੜੇ ਗੁਰਮੁਖ ਹੁੰਦੇ ਨੇ, ਦੇਵ ਬੁੱਧੀ ਹੁੰਦੇ ਨੇ, ਉਹਨਾਂ ਦੇ ਪੱਲੇ ਵਿਵੇਕ ਹੁੰਦਾ ਹੈ। ਦੇਵਤੇ ਸ਼ੁਭ ਗੁਣਾਂ ਦੇ ਧਾਰਨੀ ਨੇ, ਦੈਤ ਅਸ਼ੁਭ ਗੁਣਾਂ ਦੇ ਧਾਰਨੀ ਨੇ। ਮਹਾਰਾਜ ਕਲਗੀਧਰ ਜੀ ਨੇ ਦਸਮ ਬਾਣੀ ਵਿੱਚ ਲਿਖਿਆ ਏ, ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਧਰਾਵੈ। ਕੁਕ੍ਰਿਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਿਨ ਜਗ ਮੋਹ ਧਰਹੀ। ਜੇ ਕੋਈ ਚੰਗੇ ਕੰਮ ਕਰਦਾ ਏ ਉਹਨੂੰ ਦੇਵਤਾ ਕਹਿੰਦੇ ਨੇ, ਜੇ ਕੋਈ ਮਾੜੇ ਕੰਮ ਕਰਦਾ ਏ ਤੇ ਉਹਨੂੰ ਦੈਂਤ ਕਹਿੰਦੇ ਨੇ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਬੀਰਜਨਾਦ ਹੈ ਇਹਦੇ ਪੱਲੇ ਅਵਿਵੇਕ ਹੈ। ਇਹਨੇ ਅਵਿਵੇਕ ਦੀ ਦਿਸ਼ਾ ਤੋਂ ਜਿਹੜੇ 26 ਸੂਰਮੇ ਨੇ ਭ੍ਰਮ ਕਲਾ ਆਦਿਕ ਇਹ ਜੰਗ ਦੇ ਮੈਦਾਨ ਵਿੱਚ ਭੇਜੇ ਹਨ। ਸਰ ਪਠੇ ਨਿਸ਼ਚਰ ਹਰ ਦਿਸੇ। ਹਾਂ, ਨਿਸ਼ਚਰ ਬੀਰਜਨਾਦ ਨੇ ਇਹ 26 ਤੀਰ ਭੇਜੇ ਹਨ ਹਰ ਸਰਬਲੋਕ ਭਗਵਾਨ ਦੀ ਦਿਸ਼ਾ ਵੱਲ। ਪ੍ਰਭ ਸਿਮਰਿਓ ਤਹਾਂ ਵਿਵੇਕ ਰਾਜਨ। ਹਾਂ, ਜਦੋਂ ਅਵਿਵੇਕ ਦੇ 26 ਬਾਣ ਘੱਲੇ ਤੇ ਉਸ ਵਕਤ ਕਹਿੰਦੇ ਸਰਬਲੋਕ ਭਗਵਾਨ ਜੀ ਨੇ ਵਿਵੇਕ ਰਾਜੇ ਨੂੰ ਚੇਤੇ ਕੀਤਾ। ਜੁਤ ਸਮਾਜਨ ਹਵ ਬਿਸੇ। ਹਵ ਕਹੀਏ ਜੰਗ ਦੇ ਮੈਦਾਨ ਵਿੱਚ ਗਿਆ
ਕਿ ਤੁਸੀਂ ਆਪਣੀਆਂ ਫੌਜਾਂ ਦੇ ਸਮੇਤ ਰਾਜ ਸਾਜ ਦੇ ਸਮੇਤ ਜੰਗ ਦੇ ਮੈਦਾਨ ਵਿੱਚ ਆ ਕੇ ਵਿਵੇਕ ਦੀਆਂ ਫੌਜਾਂ ਦਾ ਮੁਕਾਬਲਾ ਕਰਨਾ ਕਰੋ। ਛੁਟੇ ਹਰ ਦਿਸ ਸਰਸ ਸਰ ਤਹ ਛਿਨ। ਹਾਂ, ਤਹ ਛਿਨ ਗਈ ਉਸ ਛਿਨ ਜੰਗ ਦੇ ਮੈਦਾਨ ਵਿੱਚ ਹਰੀ ਦੀ ਦਿਸ਼ਾ ਵੱਲੋਂ ਬਹੁਤੇ ਅਧਿਕ ਤੀਰ ਚੱਲੇ ਹਨ। ਨਾਮ ਭਾਖਤ ਹਾਂ ਤਿਸੇ। ਹਾਂ, ਸਰਬਲੋ ਭਗਵਾਨ ਦੀ ਦਿਸ਼ਾ ਤੋਂ ਜੋ ਤੀਰ ਚੱਲੇ ਨੇ ਵਿਵੇਕ ਤੇ ਬਿਰਜਨਾਥ ਦੀ ਤਰਫ ਨੂੰ, ਉਹਦੇ ਨਾਮ ਮੈਂ ਤੁਹਾਨੂੰ ਕਹਿਣਾ ਹਾਂ। ਤੁਮ ਸੁਨੋ ਸਾਧੂ ਧੀਰ ਜਨ। ਹਾਂ, ਇਹ ਧੀਰੇ ਧਾਰੀ ਜਨੋ ਸਾਧੂਓ, ਤੁਸੀਂ ਸੁਣਨਾ ਕਰੋ, ਸਾਰੀ ਗੱਲ ਮੈਂ ਤੁਹਾਨੂੰ ਕਹਿੰਦਾ ਹਾਂ। ਪਰਿਵਾਰ ਵਿਵੇਕ ਕੋ ਪਦ ਵਿਸੇ। ਹਾਂ, ਜੋ ਇਹ ਅਗਲਾ ਪਦ ਆ ਰਿਹਾ ਹੈ, ਵਿਸ਼ਨ ਪਦਾ ਛੰਦ ਆ ਰਿਹਾ ਹੈ, ਇਹਦੇ ਵਿੱਚ ਮੈਂ ਸਾਰਾ ਵਿਵੇਕ ਦਾ ਪਰਿਵਾਰ ਤੁਹਾਨੂੰ ਕਵਾਂਗਾ। ਆਨੰਦ ਸੰਗ ਹੁਲਾਸ ਧੀਰਜ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਮਹਾਰਾਜ ਸਰਬਲੋ ਭਗਵਾਨ ਨੇ ਤੀਰ ਛੱਡੇ ਨੇ, ਉਹਨਾਂ ਤੀਰਾਂ ਵਿੱਚ ਆਨੰਦ ਦੇ ਨਾਲ ਹੁਲਾਸ, ਉਤਸ਼ਾਹ, ਧੀਰਜ, ਇਹ ਜੋ ਵਿਵੇਕ ਦੇ ਸੂਰਮੇ ਹਨ, ਇਹ ਤੀਰਾਂ ਦੇ ਉੱਪਰ ਬਿਠਾ ਕਰਕੇ ਬਿਰਜਨਾਥ ਦੀ ਤਰਫ ਨੂੰ ਛੱਡਣਾ ਕੀਤੇ। ਸ਼ਾਂਤ ਉਦਯਮ ਸੀਲ ਅਰਥ। ਹਾਂ, ਸ਼ਾਂਤੀ ਉਦਯਮ ਮੈਨੇ ਉਦਮ, ਉਹਨੇ ਆਲਸ ਛੱਡਿਆ ਸੀ, ਸਰਬਲੋ ਭਗਵਾਨ ਜੀ ਨੇ ਉਦਮ। ਉਹਨੇ ਦੁਸ਼ੀਲ ਛੱਡਿਆ ਸੀ, ਸਰਬਲੋ ਭਗਵਾਨ ਨੇ ਸੀਲ। ਉਹਨੇ ਬਿਰਜਨਾਥ ਨੇ ਅਨਰਥ ਛੱਡਿਆ ਸੀ ਤੇ ਸਰਬਲੋ ਭਗਵਾਨ ਜੀ ਨੇ ਅਰਥ ਛੱਡ ਦਿੱਤਾ। ਮੁਕਾਬਲੇ ਦੇ ਉੱਪਰ ਤੀਰ ਛੱਡੇ ਹਨ। ਗਿਆਨ ਵਿਚਾਰ ਉਪਕਾਰ ਸੁਤਤਾ। ਹਾਂ, ਇਸੇ ਤਰ੍ਹਾਂ ਗਿਆਨ, ਉਹਨੇ ਅਵਿਚਾਰ, ਸਰਬਲੋ ਭਗਵਾਨ ਜੀ ਨੇ ਵਿਚਾਰ ਛੱਡਿਆ। ਉਪਕਾਰ, ਸੁਤਤਾ, ਸੁਚਮਤਾਈ ਰੱਖਣੀ, ਇਹ ਜੰਗ ਦੇ ਮੈਦਾਨ ਵਿੱਚ ਤੀਰ ਛੱਡੇ ਹਨ। ਸਮਸਤਾ ਤ੍ਰਿਉਦਸ ਸਮਰੱਥ। ਹਾਂ, ਸਮਸਤਤਾ ਮੈਨੇ ਬਰਾਬਰੀ, ਸਮਸਤਤਾ ਇਸ ਤਰ੍ਹਾਂ ਪਾਠ ਕਰਨਾ ਹੈ, ਬਰਾਬਰਤਾ ਤੇ ਤ੍ਰਿਉਦਸ ਸਮਰੱਥ। ਸਮਰੱਥ ਮੈਨੇ ਸਮਰੱਥਾ ਰੱਖਣੀ, ਇਹ ਤ੍ਰਿਉਦਸ 13ਵਾਂ ਸੂਰਮਾ ਹੈ। 13 ਸੂਰਮੇ ਸਰਬਲੋ ਭਗਵਾਨ ਨੇ ਤੀਰਾਂ ਦੇ ਉੱਪਰ ਬਿਠਾ ਕਰਕੇ ਜੰਗ ਦੇ ਮੈਦਾਨ ਨੂੰ ਛੱਡੇ ਹਨ। ਦੁਐ ਦੁਐ ਬਾਰਨ ਏਕ ਸਾਇਕ। ਸੱਚੇ ਪਾਤਸ਼ਾਹ ਜੀ ਕਹਿੰਦੇ ਬਿਰਜਨਾਥ ਦੇ 2-2 ਤੀਰ ਨੇ, ਸਰਬਲੋ ਭਗਵਾਨ ਦਾ 1-1 ਤੀਰ ਹੈ। 1-1 ਤੀਰ 2-2 ਤੀਰਾਂ ਦਾ ਮੁਕਾਬਲਾ ਕਰਦਾ ਪਿਆ ਹੈ। ਯਾਬਿਤ ਨਿਵਾਰਿਓ ਸਰ ਬਿਅਰਥ। ਇਸ ਤਰੀਕੇ ਦੇ ਨਾਲ ਜੋ ਬਿਰਜਨਾਥ ਦੇ ਅਵਿਵੇਕ ਫੌਜ ਵੱਲੋਂ ਤੀਰ ਸਨ, ਉਹ ਨਿਵਾਰਿਓ ਖਤਮ ਕਰ ਦਿੱਤੇ, ਬਿਅਰਥ ਕਰ ਦੇਣਾ ਕੀਤੇ। ਬਹੁ ਬਿਦ ਮਚਾ ਸੰਗਰਾਮ ਦਾਰਨ। ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤ ਤਰੀਕੇ ਦੇ ਨਾਲ ਭਿਆਨਕ ਡਰਾਉਣਾ ਜੰਗ ਮਚਿਆ ਏ। ਵਿਵੇਕ ਆ ਅਵਿਵੇਕ ਭਰਤ। ਵਿਵੇਕ ਤੇ ਅਵਿਵੇਕ ਦਾ ਭਰਤ ਜੰਗ, ਮਹਾਂ ਜੰਗ ਮਚਿਆ ਹੈ। ਐ ਖਾਲਸਾ ਜੀ, ਧਿਆਨ ਤੇ ਰੁਚੀ ਦੇ ਕੇ ਕਥਾ ਸੁਣਨੀ ਕਰੋ। ਜਾ ਪ੍ਰਿਥਕ ਪ੍ਰਿਥਕ ਦੋਹਰ ਅਸੀਨ ਪ੍ਰਧਾਨਨ। ਮਹਾਰਾਜ ਕਹਿੰਦੇ ਜਾਓ ਜੇ ਕਰਕੇ ਪ੍ਰਿਥਕ ਪ੍ਰਿਥਕ ਵੱਖੋ ਵੱਖਰੇ, ਅਨੀਸ ਮੈਨੇ ਸੈਨਾਪਤੀ ਤੇ ਪ੍ਰਧਾਨਨ ਮੈਨੇ ਪ੍ਰਧਾਨ। ਅਨਈਸ ਜਿਹੜੇ ਫੌਜਾਂ ਦੇ ਈਸ ਮਾਲਕ ਸੈਨਾਪਤੀ ਨੇ, ਉਹਨਾਂ ਦੇ ਨਾਮ ਦੋਨਾਂ ਪਾਸਿਆਂ ਤੋਂ ਵੱਖੋ ਵੱਖਰੇ ਕਹਿਣਾ ਕਰੀਏ। ਕਥਿਤ ਭਿੰਨ ਭਿੰਨ ਸੰਗਤਾ। ਸੰਗਤਾ ਮੈਨੇ ਇਸ ਗ੍ਰੰਥ ਵਿੱਚ ਭਿੰਨ ਭਿੰਨ ਵੱਖੋ ਵੱਖਰੇ ਕਥਿਤ ਮੈਨੇ ਕਹਿਣਾ ਕਰੀਏ। ਤਾ ਹੋਤ ਜਾਹੇ ਪ੍ਰਸੰਗ ਗ੍ਰੰਥਨ। ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਤੇ ਗੱਲ ਫਿਰ ਇਹ ਗ੍ਰੰਥ ਵਿੱਚ ਲਿਖਣੀ ਇੱਕ ਬੰਨੇ ਰਹਿ ਜਾਵੇਗੀ। ਇਸੇ ਹੀ ਗੱਲ ਦਾ, ਇਸੇ ਹੀ ਪ੍ਰਸੰਗ ਦਾ ਵੱਡਾ ਗ੍ਰੰਥ ਬਣ ਜਾਵੇਗਾ। ਅਵਿਵੇਕ ਵਿਵੇਕ ਹੈ ਸੰਗਤਾ। ਵਿਵੇਕ ਤੇ ਅਵਿਵੇਕ ਦਾ ਹੀ ਸੰਗਤਾ ਗ੍ਰੰਥ ਇੱਕ ਵੱਖਰਾ ਤਿਆਰ ਕਰਨਾ ਪਵੇਗਾ। ਤੁਮ ਸੁਨੋ ਸਾਧੂ ਸੰਤ ਹਰ ਜਨ। ਹਾਂ, ਇਹ ਹਰੀ ਦਿਓ ਜਨੋ ਸੰਤੋ ਸਾਧੂਓ, ਕੰਨ ਦੇ ਕੇ ਸੁਣਨਾ ਕਰੋ। ਸ੍ਰੀ ਸਰਬ ਲੋਹ ਸੰਗਰ ਸੰਗਤਾ। ਸ੍ਰੀ ਸਰਬਲੋ ਭਗਵਾਨ ਦੇ ਜੰਗ ਦਾ ਸੰਗਤਾ ਮੈਨੇ ਇਹ ਗ੍ਰੰਥ। ਤੁਸ਼ ਪ੍ਰਸੰਗ ਕਛ ਸੂਚ ਵਰਨਿਓ। ਹਾਂ, ਸੂਚੀ ਮਾਤਰੀ ਥੋੜਾ ਜਿਹਾ ਹੀ ਪ੍ਰਸੰਗ ਅਸਾਂ ਨੇ ਕਹਿਣਾ ਕੀਤਾ ਹੈ। ਜਾ ਮਹਿ ਨਾ ਮਾਨਹੁ ਲੰਗਤਾ। ਇਹਦੇ ਵਿੱਚ ਛੋਟਤਾਈ ਨਾ ਮੰਨਣੀ ਕਰੋ। ਇਹਦੇ ਤੋਂ ਹੀ ਵਿਵੇਕ ਤੇ ਅਵਿਵੇਕ ਦਾ ਸਾਰਾ ਅੰਦਾਜ਼ਾ ਲਾ ਲੈਣਾ ਕਰੋ। ਹਿੰਸਾ ਕੁਮਤ ਚੋਰੀ ਅਲੱਜਿਆ। ਫਿਰ ਕਹਿੰਦੇ ਬਿਰਜਨਾਥ ਨੇ ਹਿੰਸਾ ਕਰਨੀ, ਕਿਸੇ ਜੀਵ ਨੂੰ ਮਾਰਨਾ। ਕੁਮਤ ਕਹਿੰਦੇ ਨੇ ਖੋਟੀ ਮਤ। ਫਿਰ ਚੋਰੀ ਕਰਨੀ। ਚੋਰੀ ਵੀ ਗੁਰੂ ਖਾਲਸਾ ਜੀ ਕਈ ਪ੍ਰਕਾਰ ਦੀ ਹੈ। ਧਨ ਦੀ ਵੀ ਚੋਰੀ ਹੈ, ਕਵਿਤਾ ਦੀ ਵੀ ਚੋਰੀ ਕਰ ਲਈਦੀ ਹੈ। ਇਸੇ ਤਰੀਕੇ ਦੇ ਨਾਲ ਹੋਰ ਵੀ ਚੋਰੀਆਂ ਨੇ। ਤੋ ਜਿਹੜੀ ਚੋਰੀ ਨਾਮ ਦੀ ਡੈਣ ਹੈ, ਇਹ ਵੀ ਜੰਗ ਦੇ ਮੈਦਾਨ ਵਿੱਚ ਭੇਜਣਾ ਕੀਤੀ ਹੈ ਬਿਰਜਨਾਥ ਨੇ।
ਅਲੱਜਿਆ ਦਾ ਅਰਥ ਹੁੰਦਾ ਏ ਬੇਸ਼ਰਮੀ। ਕਈ ਗੁਰੂ ਖਾਲਸਾ ਜੀ ਕੁਕਰਮ ਕਰਕੇ ਵੀ ਸ਼ਰਮ ਨਹੀਂ ਕਰਦੇ, ਬੇਸ਼ਰਮ ਹੋ ਕੇ ਉਹ ਗੱਲਾਂ ਕਰੀ ਜਾਂਦੇ ਨੇ, ਆਪਣੇ ਕੁਕਰਮੀ ਦੇ ਕਿੱਸੇ ਸੁਣਾਉਂਦੇ ਹਨ। ਇਸੇ ਤਰ੍ਹਾਂ ਵਿਭਿਚਾਰ ਕਹਿੰਦੇ ਨੇ ਪਰਾਈ ਔਰਤ ਦੇ ਨਾਲ ਮੰਦ ਕਰਮ ਕਰਨਾ, ਇਹਨੂੰ ਵਿਭਿਚਾਰ ਕਹਿੰਦੇ ਨੇ। ਫਿਰ ਦਲਿੱਦਰ, ਇਸੇ ਤਰ੍ਹਾਂ ਅੱਗੇ ਸਵਾਮਘਾਤ, ਸਵਾਮ ਮੰਮੇ ਨੂੰ ਸਿਹਾਰੀ ਹੈ ਛਾਪੇ ਦੀਆਂ ਦੋਨਾਂ ਬੀੜਾਂ 'ਚ ਤੇ ਪੁਰਾਣੀ ਬੀੜਾਂ ਵਿੱਚ। ਸਵਾਮਘਾਤ ਹੁੰਦਾ ਇਹ ਵੀ ਆਪਣੇ ਮਾਲਕ ਦੇ ਉਪਕਾਰ ਨੂੰ ਜਾਣਨਾ ਨਾ ਤੇ ਉਹਦੇ ਨਾਲ ਹੀ ਵਿਸ਼ਵਾਸਘਾਤ ਕਰ ਦੇਣਾ, ਇਹਨੂੰ ਕਹਿੰਦੇ ਸਵਾਮਘਾਤ। ਇਸ ਤਰੀਕੇ ਦੇ ਨਾਲ ਇਹ ਬੁਰੇ ਜਿਹੜੇ ਸੂਰਮੇ ਹਨ ਵਿਕਾਰਾਂ ਦੇ, ਅਸ਼ੁਭ ਗੁਣਾਂ ਦੇ, ਇਹ ਅਵਿਵੇਕ ਦੀ ਫੌਜ ਵੀਰਜਨਾਥ ਨੇ ਜੰਗ ਦੇ ਮੈਦਾਨ ਨੂੰ ਭੇਜਣਾ ਕੀਤੀ ਹੈ। ਕ੍ਰਿਤਘਨ ਮਿੱਤਰ ਦਰੋਹੀ ਰਾਜ ਦੋਖ। ਆਪਾਂ ਕ੍ਰਿਤਘਨ ਕਹਿੰਦੇ ਆ, ਸੰਸਕ੍ਰਿਤ ਵਾਲੇ ਕ੍ਰਿਤਘਨ ਕਹਿੰਦੇ ਨੇ। ਕ੍ਰਿਤਘਨ ਕਹਿੰਦੇ ਨੇ ਜਿਹੜਾ ਅਕ੍ਰਿਤਘਨ, ਕਿਸੇ ਦੀ ਕੀਤੀ ਹੋਈ ਨੂੰ ਜਾਣੇ ਹੀ ਨਾ। ਘਨ ਮੈਨੇ ਬਹੁਤੀ ਤੇ ਕ੍ਰਿਤ ਮੈਨੇ ਕੀਤੀ ਹੋਈ ਨੂੰ ਆ ਮੈਨੇ ਵਿਅਰਥ ਕਰ ਦੇਵੇ, ਜਾਣੇ ਹੀ ਨਾ। ਕੋਈ ਬਹੁਤਾ ਉਪਕਾਰ ਕਰੇ, ਜਦੋਂ ਕੰਮ ਨਿਕਲ ਜਾਵੇ ਤੇ ਅਗਲਾ ਮੰਨੇ ਹੀ ਨਾ, ਉਹਨੂੰ ਕਹਿੰਦੇ ਆ ਕ੍ਰਿਤਘਨ। ਇਸੇ ਤਰ੍ਹਾਂ ਮਿੱਤਰ ਦਰੋਹੀ, ਪੱਗ ਵੱਟ ਭਰਾ ਬਣ ਜਾਣਾ ਤੇ ਫਿਰ ਪਿੱਠ ਦੇ ਵਿੱਚ ਛੁਰਾ ਮਾਰ ਦੇਣਾ, ਇਹਨੂੰ ਮਿੱਤਰ ਦਰੋਹੀ ਕਹਿੰਦੇ ਨੇ। ਰਾਜ ਦੋਖ, ਗੁਰੂ ਖਾਲਸਾ ਜੀ ਕੋਈ ਰਾਜਾ ਬਣ ਜਾਵੇ ਤੇ ਦੂਜਿਆਂ ਨੂੰ ਬੜੀ ਜਲਨ ਹੁੰਦੀ ਹੈ ਤੇ ਉਹ ਰਾਜੇ ਦਾ ਹੀ ਖਾਂਦੇ ਨੇ ਤੇ ਰਾਜੇ ਦੀ ਥਾਲੀ ਵਿੱਚ ਛੇਦ ਕਰਦੇ ਨੇ, ਉਹਨੂੰ ਰਾਜ ਦੋਖ ਕਹਿੰਦੇ ਨੇ। ਇਹ ਸੂਰਮੇ ਜੰਗ ਦੇ ਮੈਦਾਨ ਵਿੱਚ ਭੇਜਣਾ ਕੀਤੇ ਹਨ। ਈਰਖਾ ਉਚਾਟਨ ਕੁਲਹ ਘਾਤ। ਹਾਂ, ਫਿਰ ਈਰਖਾ ਭੇਜੀ ਹੈ। ਉਚਾਟਨ ਦਾ ਅਰਥ ਹੈ ਵੀ ਮਨ ਦੇ ਵਿੱਚ ਕੁਚੁੰਬਲੀ ਜੀ ਲੱਗੀ ਰਹਿਣੀ, ਸ਼ਾਂਤੀ ਨਾ ਆਉਣੀ, ਮਨ ਉਚਾਟ ਹੋਇਆ ਰਹਿਣਾ। ਕੁਲਹ ਘਾਤ, ਆਪਣੇ ਕੁਲ ਦਾ ਹੀ ਘਾਤ ਕਰ ਦੇਣਾ। ਜਿਵੇਂ ਗੁਰੂ ਖਾਲਸਾ ਜੀ ਸਪਣੀ ਆਪਣੇ ਬੱਚੇ ਦੇ ਕੇ ਫਿਰ ਬੱਚੇ ਖਾ ਜਾਂਦੀ ਹੈ, ਇਸੇ ਤਰ੍ਹਾਂ ਆਪਣੀ ਕੁਲ ਦਾ ਹੀ ਘਾਤ ਕਰ ਦੇਣਾ। ਬਸ ਕਰਨ ਆਪ ਦਾ ਵਿਜੋਗ ਕਪਟ। ਹਾਂ, ਵਿਯੋਗ ਮੈਨੇ ਵਿਛੋੜਾ, ਕਾਪਟ ਮੈਨੇ ਕਪਟ, ਆਪ ਦਾ ਮੈਨੇ ਬਿਪਤਾ ਤੇ ਬਸ ਕਰਨ ਮੈਨੇ ਪਰਾਈਆਂ ਔਰਤਾਂ ਨੂੰ ਵਸ ਕਰਕੇ ਉਹਨਾਂ ਦੇ ਨਾਲ ਮੰਦ ਕਰਮ ਕਰਨੇ। ਅਨਾਸੌਚ ਖੇਦ ਕੁਕ੍ਰਿਆ ਗਿਲਾਨ ਹਾਤ। ਅਨਾਸੌਚ ਮੈਨੇ ਅਪਵਿੱਤਰਤਾ, ਖੇਦ ਦਾ ਮੈਨਾ ਹੁੰਦਾ ਏ ਦੁੱਖ, ਅਤੇ ਇਸੇ ਤਰ੍ਹਾਂ ਕੁਕ੍ਰਿਆ ਬੁਰੇ ਕੰਮ ਕਰਨੇ। ਗਲਾਨ ਗਲਾਨੀ ਤੇ ਹਾਥ ਮੈਨੇ ਜੀਵ ਹਿੰਸਾ ਕਰਨੀ। ਦੁਆ ਬਿੰਸ ਭਟ ਸਰ ਅਵਰ ਪਠਿਸ। ਹਾਂ, ਸਰ ਤੀਰਾਂ ਦੇ ਉੱਪਰ ਬਿਠਾ ਕਰਕੇ ਇਹ 22 ਸੂਰਮੇ ਜੰਗ ਦੇ ਮੈਦਾਨ ਵਿੱਚ ਭੇਜਣਾ ਕੀਤੇ ਨੇ। ਅਵਿਵੇਕ ਭਟ ਜੋਧਾ ਖਿਆਤ। ਸੱਚੇ ਪਾਤਸ਼ਾਹ ਜੀ ਕਹਿੰਦੇ ਅਵਿਵੇਕ ਦੇ ਜਿਹੜੇ ਭਟ ਸੂਰਮੇ ਨੇ, ਜੋਧੇ ਨਾਮ ਵੀ ਸੂਰਮੇ ਦਾ ਹੈ, ਸੰਪਰਦਾਈ ਵਿਦਵਾਨ ਛੋਟਾ ਤੇ ਵੱਡਾ ਯੋਧਾ, ਇਸ ਤਰੀਕੇ ਨਾਲ ਅਰਥ ਕਰ ਲੈਂਦੇ ਨੇ। ਖਿਆਤ ਮੈਨੇ ਪ੍ਰਗਟ ਹੀ, ਇਹ ਅਵਿਵੇਕ ਦੇ 22 ਸੂਰਮੇ 22 ਤੀਰਾਂ ਦੇ ਉੱਪਰ ਬਿਠਾ ਕਰਕੇ ਵੀਰਜਨਾਥ ਨੇ ਸਰਬਲੋ ਭਗਵਾਨ ਦੀ ਫੌਜ ਦੀ ਤਰਫ ਨੂੰ ਤੀਰ ਛੱਡ ਕੇ ਇਹ 22 ਅਵਿਵੇਕ ਦੇ ਸੂਰਮੇ ਜੰਗ ਵਿੱਚ ਭੇਜੇ ਹਨ। ਵਿਸ਼ਨ ਪਾਦ ਪੁਨਿਆਕੀ ਸ਼ੰਤ ਬਖਸ਼ਿਸ਼ ਹਜੂਰ ਤਵਾ ਬਲ। ਹਾਂ, ਮਹਾਰਾਜ ਕਲਗੀਧਰ ਜੀ ਅੱਗੇ ਸ਼ੰਤ ਲਿਖਦੇ ਪਏ ਨੇ, ਤੋ ਸ਼ੰਤ ਦੇ ਉੱਪਰ 2 ਡੰਡੇ ਨੇ, ਅੱਗੇ ਬਖਸ਼ਿਸ਼ ਹਜੂਰ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਜੀ, ਤੇਰੀ ਕਿਰਪਾ ਨਾਲ ਹੈ, ਅੱਗੇ ਤਵਾ ਬਲ, ਤੇਰੇ ਬਲ ਦੇ ਨਾਲ। ਇਸ ਤਰੀਕੇ ਨਾਲ ਮਹਾਰਾਜ ਨਿਮਰਤਾ ਨਿਰਮਾਣਤਾ ਵਿੱਚ ਆ ਕੇ ਵਿਵੇਕ ਤੇ ਅਵਿਵੇਕ ਬਾਰੇ ਲਿਖਦੇ ਪਏ ਹਨ। ਸ਼ਾਸਤਰ ਅਸਤਰ ਬਿਪਤ ਬਾਦਨ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ 22 ਤੀਰ ਛੁੱਟੇ ਨੇ, ਅਵਿਵੇਕ ਦੀਆਂ ਫੌਜਾਂ ਜੰਗ ਨੂੰ ਚੜੀਆਂ ਨੇ, ਸ਼ਸਤਰ ਅਸਤਰ ਧਾਰ ਕਰਕੇ ਤੇ ਮਾਨੋ ਅਨੇਕਾਂ ਤਰੀਕਿਆਂ ਦੇ ਵਾਜੇ ਵੱਜਦੇ ਪਏ ਹਨ। ਵਾਜ ਪਤਾਕਨ ਸੋਭਹੀ। ਹਾਂ, ਸੂਰਮੇ ਜਿਹੜੇ ਨੇ ਉਹਨਾਂ ਨੇ ਝੰਡੀਆਂ ਛੋਟੀਆਂ ਵੱਡੀਆਂ ਪਕੜੀਆਂ ਨੇ ਹੱਥਾਂ 'ਚ, ਉਹ ਸੋਭਦੀਆਂ ਪਈਆਂ ਨੇ, ਵੀਰਜਨਾਥ ਦੀ ਜੈ ਜੈਕਾਰ ਕਰਦੇ ਪਏ ਨੇ ਜਦੋਂ 22 ਤੀਰ ਵੀਰਜਨਾਥ ਨੇ ਛੱਡ ਦਿੱਤੇ ਨੇ। ਚਤੁਰੰਗਨੀ ਸੈਨਾ ਸਬਲ ਦਲ। ਸੱਚੇ ਪਾਤਸ਼ਾਹ ਜੀ ਕਹਿੰਦੇ 4 ਪ੍ਰਕਾਰ ਦੀ ਫੌਜ ਤੇ ਸੱਬਲ ਵਰਗਾ ਜਿਹੜਾ ਦਲ ਹੈ ਵੀਰਜਨਾਥ ਦਾ। ਉਦਦ ਉਮੜਿਓ ਸ਼ੋਭਹੀ। ਹਾਂ, ਮਾਨੋ ਇਹ ਸਮੁੰਦਰ ਦੀ ਨਿਆਈ ਹੈ,
ਤੇ ਸਮੁੰਦਰ ਦੇ ਵਿੱਚ ਸ਼ੁਭ ਮੈਨੇ ਕਿਸ਼ੋਭ ਪੈਦਾ ਹੋਵੇ ਤੇ ਉਹ ਉਛਲਦਾ ਹੈ। ਮਾਨੋ ਇਹ 22 ਤੀਰ ਜਦੋਂ ਚੱਲੇ ਨੇ ਨਾ, ਤੇ ਸਮੁੰਦਰ ਦੀ ਨਿਆਈ ਬੀਰਜਨਾਥ ਦੀ ਜਿਹੜੀ ਬਹੁਤ ਸੀ ਉਹਦੇ ਵਿੱਚ ਕਿਸ਼ੋਭ ਪੈਦਾ ਹੋਇਆ ਹੈ, ਖੁਸ਼ੀ ਰੂਪ, ਤੇ ਉਹ ਉਮੜਿਓ ਉਛਲੀ ਹੈ। ਦੁਆਬਿੰਸ ਭਾਟ ਪ੍ਰਧਾਨ ਮੁਖੀਆ। ਹਾਂ, ਦੁਆਬਿੰਸ ਮੈਨੇ 22 ਜਿਹੜੇ ਪ੍ਰਧਾਨ ਸੂਰਮੇ ਨੇ ਮੁਖੀ। ਨ੍ਰਿਪ ਅਵਿਵੇਕ ਗੁਣ ਕਰ ਲੋਭਹੀ। ਹਾਂ, ਰਾਜੇ ਅਵਿਵੇਕ ਦੇ ਗੁਣਾ ਕਰਕੇ ਜੋ ਲੁਭਾਇਮਾਨ ਹੋਏ ਹਨ ਵਿਵੇਕ ਰਾਜੇ ਦੇ ਗੁਣਾ ਉੱਪਰ। ਸਰ ਛੁਟਤ ਪ੍ਰਗਟ ਦੁਆਬਿੰਸ ਭਾਟ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ 22 ਤੀਰ ਛੁੱਟਦਿਆਂ ਹੀ ਜੰਗ ਦੇ ਮੈਦਾਨ ਦੇ ਵਿੱਚ ਵਰਿਆਮ ਦੁਰਜੈ ਸੋਭਹੀ। ਹਾਂ, ਐਸੇ ਵਰਿਆਮ ਬਹਾਦਰ ਦੁਰਜੈ ਜਿਨ੍ਹਾਂ ਨੂੰ ਜਿੱਤਣਾ ਔਖਾ ਹੈ, ਐਸੇ 22 ਸੂਰਮੇ ਜੰਗ ਦੇ ਮੈਦਾਨ ਵਿੱਚ ਸ਼ੋਭਣ ਲੱਗ ਪਏ। ਮਾਨੋ ਕਿ ਇਹ 22 ਸੂਰਮੇ ਨੇ, 22 ਤੀਰ ਨਹੀਂ ਜਿਹੜੇ ਬੀਰਜਨਾਥ ਨੇ ਛੱਡੇ ਨੇ, ਕਿਉਂਕਿ ਤੀਰਾਂ ਦੇ ਉੱਪਰ ਮੰਤਰ ਪੜ੍ਹੇ ਨੇ, ਕਿਸੇ ਦੇ ਉੱਪਰ ਕ੍ਰਿਤ ਘਣ ਦਾ, ਕਿਸੇ ਤੇ ਹਿੰਸਾ ਦਾ, ਕਿਸੇ ਦਾ ਕੁਮਤ ਦਾ। ਜਦੋਂ ਇਹ 22 ਤੀਰ ਜੰਗ ਦੇ ਮੈਦਾਨ ਵਿੱਚ ਜਾ ਕੇ ਪਏ ਨੇ ਤੇ 22 ਹੀ ਐਸੇ ਅਸ਼ੁਭ ਰੋਗ ਦੇਵਤਿਆਂ ਦੇ ਸਰੀਰ ਵਿੱਚ ਉੱਠੇ। तो ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਮਾਨੋ ਇਹ 22 ਮੁਖੀਏ ਪ੍ਰਧਾਨ ਸੂਰਮੇ ਨੇ ਅਵਿਵੇਕ ਦੇ, ਤੇ ਵਿਵੇਕ ਦੇ ਗੁਣਾਂ ਦੇ ਉੱਪਰ ਇਹ ਲੁਭਾਇਮਾਨ ਹੋਏ ਹਨ ਆਪਣੇ ਔਗਣਾ ਕਰਕੇ। ਔਗਣ ਜਿਹੜੇ ਨੇ ਉਹ ਗੁਣਾਂ ਦੇ ਉੱਪਰ ਭਾਰੀ ਪੈ ਜਾਂਦੇ। ਗੁਰੂ ਖਾਲਸਾ ਜੀ ਕੋਈ ਗੁਣਵਾਨ ਪੁਰਖ ਹੋਵੇ ਤੇ ਉਹਨਾਂ ਨੂੰ ਉਸ ਨੂੰ ਔਗਣਾ ਵਾਲਿਆਂ ਦੀ ਸਭਾ ਵਿੱਚ ਬਿਠਾ ਦਿੱਤਾ ਜਾਵੇ ਤੇ ਕੋਈ ਨਾ ਕੋਈ ਔਗਣ ਗੁਣਾਂ ਦੇ ਉੱਪਰ ਭਾਰੀ ਪੈ ਹੀ ਜਾਂਦਾ ਹੈ। ਮਹਾਰਾਜ ਸਾਹਿਬ ਜੀ ਇੱਥੇ ਵੀ ਕਹਿੰਦੇ ਨੇ, ਦੁਆਬਿੰਸ ਭਟ ਪ੍ਰਧਾਨ ਮੁਖੀਆ। ਸੱਚੇ ਪਾਤਸ਼ਾਹ ਜੀ ਕਹਿੰਦੇ 22 ਸੂਰਮੇ ਨੇ ਪ੍ਰਧਾਨ ਮੁਖੀ। ਨਿਰਪ ਅਵਿਵੇਕ ਗੁਣ ਕਰ ਲੋਭਹੀ। ਤੇ ਜਿਹੜਾ ਅਵਿਵੇਕ ਰਾਜਾ ਹੈ ਉਹਦੇ ਪ੍ਰਧਾਨ ਸੂਰਮੇ ਨੇ, ਤੇ ਇਹ ਆਪਣੇ ਔਗਣਾ ਕਰਕੇ ਤੇ ਜਿਹੜੇ ਗੁਣ ਨੇ ਵਿਵੇਕ ਦੇ ਉਹਨਾਂ ਉੱਪਰ ਲੁਭਾਇਮਾਨ ਹੋਏ ਨੇ, ਭਾਵ ਗੁਣਾਂ ਨੂੰ ਦੱਬਣਾ ਕੀਤਾ ਹੈ ਤੇ ਔਗਣਾ ਕਰਕੇ ਭਾਰੀ ਹੋ ਗਏ। ਗੁਣ ਗੁਰੂ ਖਾਲਸਾ ਜੀ ਆਮ ਬੋਲੀ ਵਿੱਚ ਗੁਣਾਂ ਨੂੰ ਕਹਿੰਦੇ ਨੇ, ਤੇ ਜਦੋਂ ਆਪਾਂ ਫਾਰਸੀ ਵਿੱਚ ਜਾਂਦੇ ਆ ਤੇ ਗੁਣ ਮੈਨੇ ਗੁਣਾ ਔਗਣਾ ਨੂੰ ਕਹਿੰਦੇ। ਸੋ ਗੁਣ ਦਾ ਇੱਕ ਵਾਰੀ ਅਰਥ ਲੈ ਲੈਣਾ ਹੈ ਔਗਣ, ਤੇ ਇੱਕ ਵਾਰੀ ਲੈ ਲੈਣਾ ਹੈ ਗੁਣ। ਨਰਿਪ ਅਵਿਵੇਕ ਔਗਣ ਕਰ ਲੋਭਹੀ। ਇੱਥੇ ਗੁਣ ਦਾ ਅਰਥ ਔਗਣ ਲੈ ਲੈਣਾ। ਜੋ ਅਵਿਵੇਕ ਰਾਜੇ ਦੇ ਇਹ 22 ਸੂਰਮੇ ਨੇ, ਇਹ ਔਗਣਾ ਕਰਕੇ ਵਿਵੇਕ ਦੇ ਉੱਪਰ ਲੁਭਾਇਮਾਨ ਹੋਏ ਹਨ। ਜਾਂ ਇਦਾਂ ਲੈ ਲੈਣਾ ਹੈ, ਅਵਿਵੇਕ ਰਾਜੇ ਦੇ ਜਿਹੜੇ 22 ਸੂਰਮੇ ਹਨ ਤੇ ਇਹ ਆਪਣੀ ਤਾਕਤ ਕਰਕੇ ਵਿਵੇਕ ਦੇ ਗੁਣਾਂ ਉੱਪਰ ਲੁਭਾਇਮਾਨ ਹੋਏ ਨੇ, ਭਾਵ ਭਾਰੀ ਪਏ ਹਨ। ਇਸ ਤਰੀਕੇ ਦੇ ਨਾਲ ਅਰਥ ਲੈਣਾ ਹੈ। ਅੱਗੇ ਸਰ ਛੁੱਟਤ ਪ੍ਰਗਟ ਦੁਆਬਿੰਸ ਭਟ। ਜਦੋਂ ਤੀਰ ਛੁੱਟੇ ਹਨ ਤੇ ਪ੍ਰਗਟ ਹੀ ਇਹ 22 ਸੂਰਮੇ ਜੰਗ ਦੇ ਮੈਦਾਨ ਵਿੱਚ ਜਾ ਗੱਜੇ ਹਨ। ਇਹ ਵਰਿਆਮ ਬਹਾਦਰ ਨੇ, ਦੁਰਜੈ ਇਹਨਾਂ ਨੂੰ ਜਿੱਤਣਾ ਔਖਾ ਹੈ, ਤੇ ਸੋਭ ਹੀ ਸੋਭਾ ਪਾਈ ਹੈ ਜੰਗ ਦੇ ਮੈਦਾਨ ਵਿੱਚ ਦੇਵਤਿਆਂ ਦਾ ਬੁਰਾ ਹਾਲ ਕਰਨਾ ਕੀਤਾ ਹੈ। ਪ੍ਰਾਸ਼ਚਿਤ ਭਇਓ ਛਿਤ ਪਰਿਓ ਮੁਰਸ਼ਿਤ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਇਧਰੋਂ 22 ਸੂਰਮੇ ਗਏ ਨੇ, ਉਧਰੋਂ ਕੱਲਾ ਹੀ ਸਰਬਲੋਕ ਭਗਵਾਨ ਦੇ ਪਾਸਿਓਂ ਵਿਵੇਕ ਰਾਜੇ ਦਾ ਵੱਡਾ ਸਿਪਾਹੀ, ਵੱਡਾ ਸੈਨਾਪਤੀ, ਜਿਹਦਾ ਨਾਮ ਹੈ ਪ੍ਰਾਸ਼ਚਿਤ। ਪ੍ਰਾਸ਼ਚਿਤ ਦਾ ਅਰਥ ਹੁੰਦਾ ਹੈ ਵੀ ਕੋਈ ਗਲਤੀ ਹੋ ਗਈ ਤੇ ਮਨ ਵਿੱਚ ਉਸ ਗੱਲ ਦਾ ਅਫਸੋਸ ਕਰਨਾ, ਨਿਰੰਕਾਰ ਦੇ ਅੱਗੇ ਅਰਦਾਸ ਕਰਨੀ, ਤੇ ਅੱਗੇ ਤੋਂ ਆਪਣੇ ਮਨ ਨੂੰ ਹੋੜ ਕੇ ਰੱਖਣਾ ਵੀ ਇਹ ਬੁਰਾ ਕੰਮ ਹੋ ਗਿਆ ਏ, ਬਾਅਦ ਵਿੱਚ ਨਹੀਂ ਕਰਨਾ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੇ ਪ੍ਰਾਸ਼ਚਿਤ ਕਰਮ ਬਾਰੇ ਲਿਖਿਆ ਏ, ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਸੋ ਕਹਿੰਦੇ ਨੇ ਵਿਵੇਕ ਰਾਜੇ ਦਾ ਜਿਹੜਾ ਮਹਾਨ ਸੂਰਮਾ ਪ੍ਰਾਸ਼ਚਿਤ ਹੈ, ਇਹ ਸਰਬਲੋਕ ਭਗਵਾਨ ਦੀ ਤਰਫ ਤੋਂ ਅੱਗੇ ਹੋਇਆ ਹੈ। ਭਾਵ ਸਰਬਲੋਕ ਭਗਵਾਨ ਨੇ ਪ੍ਰਾਸ਼ਚਿਤ ਨਾਮ ਦਾ ਸੂਰਮਾ ਤੀਰ ਚਲਾ ਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਹੈ। ਛਿਤ ਪਰਿਓ ਮੁਰਸ਼ਿਤ। ਇਹ ਜਿਹੜੇ 22 ਸੂਰਮੇ ਸਨ,
ਇਹ ਧਰਤੀ ਦੇ ਉੱਪਰ ਜੰਗ ਭੂਮੀ ਦੇ ਉੱਪਰ ਮੂਰਛਿਤ ਹੋ ਕਰਕੇ ਡਿੱਗ ਪਏ ਹਨ। ਬਿਕਲ ਬਿਮਨ ਅਚੇਤ ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਆਕਲ ਹੋ ਗਏ, ਬੇਮਨ ਕਹੀਏ ਨਿਮੋ ਜੀ ਨੇ ਹੋ ਗਏ ਹਨ, ਅਚੇਤ ਮੈਨੇ ਬੇਹੋਸ਼ ਹੋ ਗਏ ਨੇ, ਬੇਹੋਸ਼ਤਾਈ ਦੇ ਨਾਲ ਜੰਗ ਦੇ ਮੈਦਾਨ ਵਿੱਚ ਡਿੱਗ ਪਏ ਹਨ। ਵਿਜੈ ਦੁੰਦਬ ਸਰਬ ਲੋਹ ਦਿਸ ਬਜਿਓ ਹਾਂ, ਸਰਬਲੋ ਭਗਵਾਨ ਦੀ ਦਿਸ਼ਾ ਵੱਲ ਜਿੱਤ ਦਾ ਨਗਾਰਾ ਵੱਜ ਗਿਆ ਹੈ। ਬੱਜਿਓ ਦੇ ਅਰਥ ਨਾਲ ਦਿਸ ਦੇ ਚਾਲ ਨਾਲ ਵਿਸ਼ਰਾਮ ਲੱਗੇਗਾ। ਆਸੁਰ ਰਣ ਪਾਤ ਸੋ ਹਾਂ, ਜੰਗ ਦੇ ਮੈਦਾਨ ਵਿੱਚ ਦੈਂਤਾਂ ਦੇ ਨਾਸ ਹੋਣ ਦੇ ਨਾਲ ਹੀ ਜਿੱਤ ਦਾ ਨਗਾਰਾ ਵੱਜਿਆ ਹੈ। ਜੈ ਜੈ ਉਚਾਰਤ ਸੁਮਨ ਡਾਰਤ ਸੱਚੇ ਪਾਤਸ਼ਾਹ ਜੀ ਕਹਿੰਦੇ ਜੈ ਜੈਕਾਰ ਉਚਾਰਦੇ ਨੇ ਦੇਵਤੇ, ਫੁੱਲ ਸੁੱਟਦੇ ਨੇ ਸਰਬਲੋ ਭਗਵਾਨ ਦੇ ਸਿਰੇ ਉੱਪਰ। ਰਤਨ ਵਾਰਤ ਪ੍ਰਾਤ ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਤ ਰੂਪੀ ਸਵੇਰ ਦੇ ਨਾਲ ਹੀ ਉਹ ਰਤਨ ਵਾਰ-ਵਾਰ ਕੇ ਸੁੱਟਦੇ ਪਏ ਹਨ। ਬਜਤ ਸੰਖਨ ਮధుਰ ਘੰਟਨ ਸੱਚੇ ਪਾਤਸ਼ਾਹ ਜੀ ਕਹਿੰਦੇ ਮਿੱਠੇ ਮਿੱਠੇ ਘੰਟੇ ਦੇ ਸੰਖ ਵੱਜਦੇ ਪਏ ਨੇ। ਨਾਦ ਬਰ ਬਹੁ ਭਾਂਤ ਸੋ ਨਾਦ ਬਰ ਮੈਨੇ ਸ੍ਰੇਸ਼ਟ ਵਾਜੇ ਬਹੁਤੇ ਤਰੀਕਿਆਂ ਨਾਲ ਵੱਜਦੇ ਪਏ ਨੇ। ਪੁਨ ਕੁਮਕ ਦੁਆਦਸ ਬਿੰਸ ਭਟ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਦੁਆਦਸ ਬਿੰਸ, ਦੁਆਦਸ ਕਹਿੰਦੇ ਨੇ 12 ਨੂੰ ਤੇ ਬਿੰਸ ਨਾਮ ਹੈ 20 ਦਾ, 20 ਤੇ 12 32 ਸੂਰਮੇ ਜੰਗ ਦੇ ਮੈਦਾਨ ਵਿੱਚ ਮਦਈ ਬਣਾ ਕਰਕੇ ਜਿਹੜੇ ਪਹਿਲਾਂ 22 ਭੇਜੇ ਸਨ ਉਹਨਾਂ ਦੇ ਮਦਈ ਬਣਾ ਕਰਕੇ ਭੇਜੇ ਨੇ ਸਰਬਲੋ ਭਗਵਾਨ ਦੀ ਤਰਫ ਵੱਲ ਵੀਰ ਜਨਾਦ ਨੇ। ਨਿਸਾਚਰ ਪਠੇ ਆਵਰੋ ਜਿਤੇ ਹੋਰ ਜਿੰਨੇ ਸੂਰਮੇ ਸਨ ਇਹਨਾਂ ਬੱਤੀਆਂ ਤੋਂ ਵੱਧ ਵੀ ਉਹ ਵੀ ਜੰਗ ਦੇ ਮੈਦਾਨ ਨੂੰ ਭੇਜ ਦੇਣਾ ਕੀਤੇ ਨੇ। ਤਿਨ ਕੇ ਸੁਨੋ ਤੁਮ ਨਾਮ ਸੱਜਣ ਮਹਾਰਾਜ ਕਲਗੀਧਰ ਜੀ ਕਹਿੰਦੇ ਉਹਨਾਂ ਦੇ ਨਾਮ ਸੁਣੋ। ਅਸੁਰ ਆਏ ਚੜ ਤਿਤੇ ਹਾਂ, ਜਿੰਨੇ ਜੰਗ ਦੇ ਮੈਦਾਨ ਵਿੱਚ ਦੰਤ ਚੜ ਕਰਕੇ ਆਏ ਹਨ। ਅਪਰਾਧ ਅਸੰਕਾ ਅਸੰਜਮ ਅਨਚਾਰ ਸੱਚੇ ਪਾਤਸ਼ਾਹ ਕਹਿੰਦੇ ਪਹਿਲਾ ਅਪਰਾਧ, ਦੂਜਾ ਅਸੰਕਾ ਸ਼ੰਕਾ ਪਾ ਦੇਣੀ ਕਿਸੇ ਨੂੰ, ਤੀਜਾ ਅਸੰਜਮ ਤੇ ਚੌਥਾ ਅਨਮੈਨੇ ਨਾ ਤੇ ਚਾਰੋਂ ਮੈਨੇ ਸੁੰਦਰ ਨਾ ਹੋਣਾ ਭਾ ਬੁਰੇ ਲੱਗਣਾ। ਅਵਿਚਾਰ ਦੁਰਾਚਾਰ ਅਨਰਿਤੇ ਹਾਂ, ਅਵਿਚਾਰ ਨਾਮ ਛੇਵੇਂ ਦਾ ਹੈ, ਮਨ ਵਿੱਚ ਵਿਚਾਰ ਹੀ ਨਾ ਰੱਖਣੀ ਕੋਈ, ਤੇ ਦੁਰਾਚਾਰ ਅਨਰਿਤੇ ਇਹ ਗੁਰੂ ਖਾਲਸਾ ਜੀ ਛੇਵੇਂ ਦਾ ਨਾਮ। ਭੈੜਾ ਆਚਰਨ ਕਹਿ ਲੋ, ਅਨ ਮੈਨੇ ਰਹਿਤ ਤੇ ਰਿਤੇ ਮੈਨੇ ਸੱਚ, ਸੱਚ ਤੋਂ ਰਹਿਤ ਭਾਵ ਝੂਠ, ਝੂਠਾ ਤੇ ਦੁਰਾ ਖੋਟਾ ਜਿਹੜਾ ਆਚਰਨ ਹੈ ਇਹ ਛੇਵੇਂ ਦਾ ਨਾਮ ਹੈ। ਖਟ ਬਲੀ ਪ੍ਰਬਲ ਪ੍ਰਧਾਨ ਦੁਰਜੈ ਸੱਚੇ ਪਾਤਸ਼ਾਹ ਜੀ ਕਹਿੰਦੇ 32 ਸੂਰਮਿਆਂ ਦੇ ਵਿੱਚੋਂ ਜਿਹੜੇ 6 ਸੂਰਮੇ ਨੇ ਇਹ ਬੜੇ ਪ੍ਰਬਲ ਬਲ ਵਾਲੇ ਪ੍ਰਧਾਨ ਤੇ ਇਹਨਾਂ ਨੂੰ ਜਿੱਤਣਾ ਔਖਾ ਹੈ। ਜੁਟੇ ਆਏ ਸੰਗਰਪਤੇ ਹਾਂ, ਸੰਗਰਪਤੇ ਕਹੀਏ ਵੱਡੇ ਬਲੀ ਮਹਾਨ ਭਾਰਤ ਜੰਗ ਦੇ ਮੈਦਾਨ ਵਿੱਚ ਆ ਕੇ ਜੁਟ ਗਏ ਹਨ। ਮਹਾ ਅਤਰਥੀ ਦੁਰਜੈ ਸੁਬਟ ਬਾਂਕੇ ਇਹ ਬਹੁਤੇ ਅਤਰਥੀ ਸੂਰਮੇ ਨੇ, ਇਹ ਦੁਰਜੈ ਮੈਨੇ ਇਹਨਾਂ ਨੂੰ ਜਿੱਤਣਾ ਔਖਾ ਹੈ। ਇਹ ਸੁੰਦਰ ਸੂਰਮੇ ਨੇ ਜੰਗ ਦੇ ਮੈਦਾਨ ਦੇ ਦਾਗਾ ਬੜੇ ਸੁੰਦਰ ਢੰਗ ਤਰੀਕੇ ਨਾਲ ਜਾਣਦੇ ਨੇ। ਆਤ ਨਿਸਾਂਕੇ ਨਿਡਰੇ ਹਾਂ, ਇਹ ਬਹੁਤੇ ਨਿਸਾਂਕੇ ਨਿਸੰਗ ਹੋ ਕੇ ਆਏ ਨੇ ਤੇ ਨਿਡਰੇ, ਇਹਨਾਂ ਨੂੰ ਕਿਸੇ ਦਾ ਡਰ ਖੌਫ ਨਹੀਂ ਹੈ। ਅਬਵੇਕ ਸਿਨਾਨੀ ਕਿਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਬਵੇਕ, ਇਹ ਅਬਵੇਕ ਜਿਹੜਾ ਰਾਜਾ ਹੈ ਔਗਣਾ ਦਾ ਉਹਦੇ ਸੈਨਾਨੀ ਸੈਨਾਪਤੀ ਹਨ ਕਿਤੇ ਕਿੰਨੇ ਇਹਨਾਂ ਦੇ ਵਿੱਚੋਂ। ਪ੍ਰਧਾਨ ਮੰਤਰੀ ਭਟ ਬਰੇ ਹਾਂ, ਪ੍ਰਧਾਨ ਮੰਤਰੀ ਹਨ ਜੰਗ ਦੇ ਮੈਦਾਨ ਦੇ ਦਾਗ ਆ ਜਾਣਨ ਵਾਲੇ ਇਹ ਸ੍ਰੇਸ਼ਟ ਸੂਰਮੇ ਹਨ। ਜੋਤਪ ਕਿਤੇ ਕੀਤੇ ਦੋ ਬਹੀਆ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਇਹਨਾਂ ਵਿੱਚੋਂ ਜੂਤਪ ਸੈਨਾਪਤੀ ਨੇ ਤੇ ਕਈ ਦੁਬਈਆ ਦੋਵਾਂ ਹੱਥਾਂ ਦੇ ਨਾਲ ਸ਼ਸਤਰ ਚਲਾਉਣ ਵਾਲੇ ਭਾਰੀ ਸ਼ਸਤਰਬਾਜੀ ਜਾਣਨ ਵਾਲੇ ਸੂਰਮੇ ਹਨ। ਬੱਲਨ ਅਖਾੜਾ ਭਿਰੇ ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਇਹਨਾਂ ਵਿੱਚੋਂ ਅਖਾੜਿਆਂ ਦੇ ਵਿੱਚ ਮੱਲਣ ਪਹਿਲਵਾਨ ਬਣ ਕੇ ਭਿਰੇ ਭਿੜਨ ਵਾਲੇ ਹਨ। ਬੇਸ ਬੇਸਨ ਬਹੁ ਭੇਸ ਨਾਨਾ ਹਾਂ, ਆਪੋ ਆਪਣੇ ਬੇਸਾਂ ਦੇ ਵਿੱਚ ਨਾਨਾ ਪ੍ਰਕਾਰ ਦੇ ਭੇਸ ਬਣਾ ਕਰਕੇ ਜੰਗ ਦੇ ਮੈਦਾਨ ਵਿੱਚ ਰੰਗ ਬਰੰਗੇ ਭੇਸ ਬਣਾ ਕੇ ਆਏ ਹਨ। ਸ਼ਾਸਤਰ ਅਸਤਰ ਬਾਜੰਤਰ ਕੇ ਹਾਂ, ਸ਼ਸਤਰ ਤੇ ਅਸਤਰ
ਤੇ ਬਾਅਦ ਦਿਨਤਰ ਦੱਦੇ ਦੇ ਉੱਪਰ ਟਿੱਪੀ ਹੈ। ਵਾਜਿਆਂ ਗਾਜਿਆਂ ਦੇ ਸਮੇਤ ਆਏ ਨੇ, ਸ਼ਸਤਰਾਂ ਅਸਤਰਾਂ ਦੇ ਸਮੇਤ। ਮਰਾਲ ਆ ਰੂਪੇ ਸੰਗਰ ਹਰ। ਹਾਂ ਹਰ ਕਹੀਏ ਸਰਬਲੋ ਭਗਵਾਨ ਦੇ ਸੰਗਰ ਜੰਗ ਦੇ ਮੈਦਾਨ ਵਿੱਚ। ਮਰਾਲ ਕਹੀਏ ਸੂਰਜ ਦੀ ਤਰ੍ਹਾਂ ਆ ਕੇ ਰੂਪੇ ਮੈਨੇ ਰੁਕ ਗਏ। ਮਰਾਲ ਕਹੀਏ ਹੰਸ ਦੀ ਨਿਆਈ ਜੰਗ ਦੇ ਮੈਦਾਨ ਵਿੱਚ ਆ ਖਲੋਤੇ ਨੇ। ਸਮਰ ਚਤੁਰੰਗਨੀ ਦਲ ਸਾਗਰੀ। ਸਮਰ ਕਹੀਏ ਜੰਗ ਦੇ ਵਿੱਚ, ਸਮਰ ਕਹੀਏ ਜੰਗ ਦੇ ਵਿੱਚ, ਚਤਰੰਗਣੀ ਕਹੀਏ ਚਾਰ ਪ੍ਰਕਾਰ ਦੀ ਫੌਜ ਦਾ ਜਿਹੜਾ ਦਲ ਹੈ। ਸਾਗਰੀ ਕਹੀਏ ਸਾਗਰ ਦੀ ਨਿਆਈ ਜੰਗ ਦੇ ਮੈਦਾਨ ਵਿੱਚ ਆ ਖਲੋਤਾ ਹੈ। ਰੰਗ ਰੰਗ ਬਾਚਿਤ੍ਰ ਧਵਜ ਬਰ। ਹਾਂ ਰੰਗ ਬਰੰਗੇ ਬਚਿੱਤਰ ਧਵਜ ਬਰ ਜਿਹੜੇ ਝੰਡੇ ਨੇ ਸਿਰੇ ਚੋਂ ਝੂਲਦੇ ਪਏ ਨੇ। ਮਦ ਪਤ ਅਗਰ ਸੋਭਿਤ ਬਾਗਰੀ। ਮਦ ਪਤ ਇਕੱਠਾ ਹੀ ਹੈ। ਮ ਅਧਪਤ ਮੇਰੇ ਅਧਿਪਤ ਰਾਜੇ ਸਰਬਲੋ ਭਗਵਾਨ ਜੀ ਕਲਗੀਧਰ ਜੀ ਕਹਿੰਦੇ ਨੇ। ਉਹਨਾਂ ਦੇ ਅੱਗੇ ਇਹ ਬੀਰੀਨਾਥ ਦੀਆਂ ਫੌਜਾਂ ਦੀਆਂ ਬਾਗਰੀ ਕਹੀਏ ਝੰਡੀਆਂ ਸੋਭਦੀਆਂ ਪਈਆਂ ਹਨ। ਭਾਵ ਅੱਗੇ ਆ ਖਲੋਤੇ ਨੇ ਸਰਬਲੋ ਦੇ। ਚਿਤ੍ਰਤ ਅਪੂਰਬ ਜੰਤ ਬਿਟਪਨ। ਅਪੂਰਬ ਕਹਿੰਦੇ ਜਿਹੜੇ ਪਹਿਲਾਂ ਨਾ ਵੇਖੇ ਹੋਣ ਇਹੋ ਜੇ ਜੀਵ ਜੰਤੂ ਬਿਟਪਨ ਮੈਨੇ ਰੁੱਖ ਝੰਡੀਆਂ ਦੇ ਉੱਪਰ ਚਿਤਰਤ ਮੈਨੇ ਚਿਤਰੇ ਹੋਏ ਹਨ। ਗੁਲਮਤਾ ਅਤ ਆਚਰੀ। ਗੁਰੂ ਖਾਲਸਾ ਜੀ 9 ਹਾਥੀ ਹੋਣ, 9 ਰਥ ਹੋਣ, 27 ਘੋੜੇ ਹੋਣ ਤੇ 45 ਪੈਦਲ ਹੋਣ, ਉਹਨੂੰ ਗੁਲਮ ਫੌਜ ਕਹਿੰਦੇ ਨੇ। ਜਿਹੜੀ ਗੁਲਮ ਫੌਜ ਹੈ ਤਾਂ ਤਿਨਾਂ ਝੰਡੀਆਂ ਦੇ ਵਿੱਚ ਅਤ ਵਿਸ਼ੇਸ਼ ਕਰਕੇ ਆਚਰੀ ਮੈਨੇ ਚਿਤਰੀ ਹੋਈ ਹੈ। ਦਿਵਯ ਭੂਸ਼ਣ ਬਸਨ ਆਯੁਧ। ਹਾਂ ਨਾਨਾ ਪ੍ਰਕਾਰ ਦੇ ਭੂਸ਼ਣ ਗਹਿਣੇ ਬਸਨ ਬਸਤਰ ਤੇ ਆਯੁਧ ਸ਼ਾਸਤਰ ਚਿਤਰੇ ਹੋਏ ਹਨ। ਜਟਿਤ ਮਨ ਗਨ ਖਾਚਰੀ। ਜਟਿਤ ਜੜੀਆਂ ਹੋਈਆਂ ਨੇ ਸਮੂਹ ਬਣੀਆਂ। ਖਾ ਮੈਨੇ ਅਸਮਾਨ ਵਿੱਚ, ਚਰੀ ਮੈਨੇ ਚੱਲਣ ਵਾਲੀਆਂ ਝੰਡੀਆਂ ਵਿੱਚ। ਸੁਪਰਨੀ ਸਿਲੀ ਮੁਖੀ। ਹਾਂ ਮਹਾਰਾਜ ਸਾਹਿਬ ਜੀ ਇਹ ਸ਼ਾਂਤ ਦੇ ਵਿੱਚ ਕਿਰਪਾ ਕਰਦੇ ਪਏ ਹਨ। ਬਜਤ ਕੋਟਿਨ ਕੋਟ ਬਾਜੰਤਰਨ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਅਨੇਕਾਂ ਹੀ ਵਾਜੇ ਗਾਜੇ ਵੱਜਦੇ ਪਏ ਹਨ। ਅਪੂਰਬ ਨਾਦ ਬਾਦ। ਹਾਂ ਜਿਹੜੇ ਪਹਿਲਾਂ ਨਾ ਵੇਖੇ ਹੋਣ ਐਸੇ ਨਾਦ ਵਾਜੇ ਵੱਜਦੇ ਪਏ ਹਨ। ਬਾਦ ਮੈਨੇ ਵਾਜਿਆਂ ਦੀਆਂ, ਨਾਦ ਕਹੀਏ ਆਵਾਜ਼ਾਂ। ਅਪੂਰਬ ਮੈਨੇ ਜਿਹੜਾ ਪਹਿਲਾਂ ਨਾ ਵੇਖੀਆਂ ਹੋਣ ਐਸੀਆਂ ਵਾਜਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਉਠਤ ਉਗਟਤ ਤਾਨ ਨਾਨਾ। ਸੱਜੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਾ ਪ੍ਰਕਾਰ ਦੇ ਤਰਾਨੇ ਉੱਠਦੇ ਪਏ ਨੇ, ਉਛਲਦੇ ਪਏ ਨੇ। ਪਰਨ ਪਖਾਵਜ ਬਿਸਰਾਦ। ਹਾਂ ਬਿਸਰਾਦ ਕਹਿੰਦੇ ਮਾਰਨ ਵਾਲੀਆਂ, ਪਖਾਵਜ ਕਹੀਏ ਮਿਰਦੰਗਾਂ ਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਨੇ। ਨਚਤ ਨਾਗਰ ਸੁਗਰ ਪਾਤਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਗਰ ਮੈਨੇ ਇਸਤਰੀਆਂ ਤੇ ਪਾਤਰ ਮੈਨੇ ਜਿਹੜੀਆਂ ਗੁਰੂ ਖਾਲਸਾ ਜੀ ਨਟਣੀਆਂ ਹੁੰਦੀਆਂ ਨੇ। ਸੁਗਰ ਸਿਆਣੀਆਂ ਉਹ ਨੱਚਦੀਆਂ ਪਈਆਂ ਨੇ। ਗੰਜ ਮੁਖ ਲੋਚਨ ਅਲਾਦ। ਹਾਂ ਜਿਨ੍ਹਾਂ ਦੇ ਮੂੰਹ ਕਬਲ ਵਰਗੇ ਹਨ ਤੇ ਲੋਚਨ ਜਿਹੜੇ ਨੇਤਰ ਨੇ ਔਲਾਦ ਮਸਾਲਾ ਵਾਂਗੂ ਫਿਰਦੇ ਨੇ, ਭਾਵ ਬੜੇ ਚੰਚਲ ਨੇ। ਨ੍ਰਿਤ ਸਾਂਗੀ ਤੀ ਨਚਤ ਬਾਹੋ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾਚਿਆਂ ਦੇ ਭੇਸ ਦੇ ਵਿੱਚ ਬਹੁਤੀਆਂ ਇਸਤਰੀਆਂ ਨੱਚਦੀਆਂ ਨੇ। ਨਚਤ ਸ਼ੂਮਰ ਦਾਬ ਪਾਦ। ਸ਼ੂਮਰ ਕਹਿੰਦੇ ਨੇ ਝੂਮਰ ਨੂੰ। ਛੱਛਾ ਦੇ ਝੱਜਾ ਸਵਰਨੀ ਹੈ ਇਸ ਲਈ ਝੂਮਰ ਦੀ ਜਗ੍ਹਾ ਤੇ ਸ਼ੂਮਰ ਲਿਖਿਆ ਹੈ। ਤੇ ਦਾਬ ਕਹੀਏ ਤਰੀਕੇ ਦੇ, ਪਾਦ ਕਹੀਏ ਪੈਰਾਂ ਨਾਲ। ਤੋ ਜਿਹੜਾ ਸ਼ੂਮਰ ਹੈ ਉਹਦੇ ਤਰੀਕੇ ਦੇ ਨਾਲ ਪੈਰਾਂ ਨਾਲ ਨੱਚਦੀਆਂ ਪਈਆਂ ਨੇ। ਗੁਟਕ ਢੋਲਕ ਥਾਪ ਮੰਦਲਨ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਟਕ ਧੀਮੀ ਆਵਾਜ਼ ਵਿੱਚ ਢੋਲਕ ਜਿਹੜੇ ਨੇ ਉਹ ਢੋਲ ਵਜਾਉਂਦੇ ਪਏ ਨੇ। ਤੇ ਇਸੇ ਤਰ੍ਹਾਂ ਮੰਦਲਨ ਢੋਲਾਂ ਦੇ ਉੱਪਰ ਥਾਪਾਂ ਦਿੰਦੇ ਪਏ ਨੇ ਧੀਮੀ ਆਵਾਜ਼ ਵਿੱਚ। ਪਰਨ ਮੰਜੀਰਨ ਮ੍ਰਿਦੰਗ। ਹਾਂ ਪਰਨ ਕਹਿੰਦੇ ਨੇ ਮ੍ਰਿਦੰਗ ਦੇ ਬੋਲਾਂ ਨੂੰ। ਜਿਵੇਂ ਪਰਨ ਪਖਾਵਜ ਉੱਪਰ ਵੀ ਆਇਆ ਸੀ। ਪਖਾਵਜ ਮਿਰਦੰਗ ਦੇ ਪਰਨ ਬੋਲਾਂ ਦੀ ਆਵਾਜ਼ ਮਾਰ ਸੁੱਟਣ ਵਾਲੀ ਆਉਂਦੀ ਪਈ ਹੈ। ਇਦਾਂ ਹੀ ਮਹਾਰਾਜ ਇੱਥੇ ਕਹਿੰਦੇ ਨੇ ਮਿਰਦੰਗ ਦੇ ਜਿਹੜੇ ਬੋਲ ਨੇ ਉਹ ਵੱਜਦੇ ਪਏ ਨੇ। ਤੇ ਮੰਜੀਰ ਗੁਰੂ ਖਾਲਸਾ ਜੀ ਸ਼ੈਨਿਆਂ ਨੂੰ ਕਹਿੰਦੇ ਨੇ, ਸ਼ੈਨੇ ਵੱਜਦੇ ਪਏ ਹਨ। ਚਮਕ ਭੂਸ਼ਣ ਬਸਨ ਭਾਮਨ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਮਨ ਔਰਤਾਂ ਦੇ ਸਰੀਰ ਉੱਪਰ ਪਾਏ ਹੋਏ ਬਸਨ ਕੱਪੜੇ ਤੇ ਭੂਸ਼ਣ ਗਹਿਣੇ
ਚਮਕ ਮੈਨੇ ਚਮਕਦੇ ਪਏ ਹਨ। ਚਮਕ ਮੁਖ ਸਸ ਸ਼ਬ ਅਨੰਗ, ਉਹਨਾਂ ਦੇ ਜਿਹੜੇ ਮੁਖੜੇ ਨੇ ਚੰਦਰਮੇ ਵਰਗੇ ਉਹ ਚਮਕਦੇ ਪਏ ਨੇ। ਇਹ ਸ਼ੋਭਾ ਉਹਨਾਂ ਦੀ ਅਨੰਗ ਕਾਮ ਵਰਗੀ ਹੈ। ਲਟਕ ਚਾਲ ਕਟ ਝੁਕਤ ਡਗ ਡਗ, ਹਾਂ ਡਗ ਡਗ ਕਹੀਏ ਪੈਰ ਪੈਰ ਤੇ ਉਹਨਾਂ ਦਾ ਲੱਕ ਜਿਹੜਾ ਹੈ ਝੁਕਦਾ ਹੈ। ਤੇ ਲਟਕ ਹਲਾਰਿਆਂ ਵਾਲੀ ਚਾਲ ਉਹ ਚਲਦੀਆਂ ਪਈਆਂ ਨੇ। ਬੋਝ ਜੁਗ ਕੁਚ ਮਤ ਮਤੰਗ, ਸੱਚੇ ਪਾਤਸ਼ਾਹ ਜੀ ਕਹਿੰਦੇ ਲੱਕੋਂ ਕਿਉਂ ਪੈਰ ਪੈਰ ਤੇ ਝੁਕਦੀਆਂ ਨੇ, ਹਲਾਰਿਆਂ ਵਾਲੀ ਚਾਲ ਤੇ ਉਹ ਕਿਉਂ ਚੱਲਦੀਆਂ ਨੇ? ਕਿਉਂਕਿ ਉਹਨਾਂ ਦੇ ਜਿਹੜੇ ਕੁਚਨ ਨੇ ਅਸਤਨ ਨੇ ਜੁਗ ਦੋਨੋਂ ਉਹ ਬੜੇ ਭਾਰੇ ਨੇ ਤੇ ਉਹਨਾਂ ਦਾ ਭਾਰ ਝੱਲਿਆ ਨਹੀਂ ਜਾਂਦਾ ਤੇ ਉਹ ਨੀਵੀਆਂ ਹੋ ਕੇ ਇਸ ਤਰ੍ਹਾਂ ਹਲਾਰਿਆਂ ਦੀ ਚਾਲ ਦੇ ਨਾਲ ਚਲਦੀਆਂ ਪਈਆਂ ਨੇ। ਮਤ ਮਤੰਗ ਕਹੀਏ ਹਾਥੀ ਜਿਵੇਂ ਕਾਮ ਵਿੱਚ ਮਤ ਮਸਤ ਹੁੰਦਾ ਏ, ਇਦਾਂ ਹੀ ਉਹਨਾਂ ਦੀ ਹਾਲਤ ਜਾਣੋ। ਰਵਤ ਨੇਵਰ ਪਗਨ ਚੁਨ ਚੁਨ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇਵਰ ਮੈਨੇ ਝਾਂਜਰਾਂ, ਰਵਤ ਮੈਨੇ ਵੱਜਦੀਆਂ ਪਈਆਂ ਨੇ, ਪੈਰਾਂ ਵਿੱਚ ਝੁਣ ਦੀ ਆਵਾਜ਼ ਆਉਂਦੀ ਹੈ। ਸ਼ੁਦਰ ਕੰਟਕਾ ਕਿੰਕਨ ਸੁਰੰਗ, ਹਾਂ ਘੰਟਕਾ ਮੈਨੇ ਜਿਹੜੀਆਂ ਸ਼ੁਦਰ ਮੈਨੇ ਛੋਟੀਆਂ, ਘੰਟਕਾ ਮੈਨੇ ਟੱਲੀਆਂ ਤੜਾਗੀ ਦੇ ਨਾਲ, ਕਿੰਕਣ ਤੜਾਗੀ ਨਾਲ ਬੱਧੀਆਂ ਨੇ ਸੁਰੰਗ ਸੋਹਣੀਆਂ, ਉਹਨਾਂ ਦੀ ਆਵਾਜ਼ ਆਉਂਦੀ ਪਈ ਹੈ। ਨਿਰਖ ਉਪਜਤ ਉਮੰਗ ਕੌਤਕ, ਹਾਂ ਵੇਖ ਕਰਕੇ ਮਨ ਵਿੱਚ ਬਹੁਤਾ ਉਤਸ਼ਾਹ ਤੇ ਕੌਤਕ ਉਹਨਾਂ ਦੇ ਨੂੰ ਵੇਖ ਕਰਕੇ ਉਮੰਗ ਉਤਸ਼ਾਹ ਜਿਹੜਾ ਹੈ ਉਹ ਪੈਦਾ ਹੁੰਦਾ ਏ। ਸੈਨ ਅਬਵੇਕਹਿ ਬਣੀ, ਹਾਂ ਇਸ ਤਰ੍ਹਾਂ ਅਬਵੇਕ ਦੀ ਫੌਜ ਬਣੀ ਹੈ। ਅਬਵੇਕ ਦੀ ਸੈਨਾ ਵਿੱਚ ਇਹਦਾ ਨਾਚ ਗਾਣੇ ਉੱਠ ਰਹੇ ਨੇ। ਸਮ ਸਿੰਧ ਸੈਨਾ ਉਸ਼ਰ ਉਮੜਿਓ, ਸੱਚੇ ਪਾਤਸ਼ਾਹ ਜੀ ਕਹਿੰਦੇ ਸਮੁੰਦਰ ਦੀ ਨਿਆਈ ਜਿਹੜੀ ਫੌਜ ਹੈ ਉਹ ਉਛਲ ਕਰਕੇ ਉਮੜੀ ਹੈ ਜੰਗ ਦੇ ਮੈਦਾਨ ਵਿੱਚ। ਵੈਰ ਪ੍ਰਭ ਸੰਗਮ ਠਠੀ ਠਣੀ, ਉਹਨਾਂ ਨੇ ਪ੍ਰਭੂ ਦੇ ਨਾਲ ਵੈਰ ਕਰਕੇ ਸੰਗਮ ਯੁੱਧ ਦਾ ਮੈਦਾਨ ਠਣੀ ਆਰੰਭਣਾ ਕੀਤਾ ਹੈ। ਲਹ ਨਿਰਖ ਸ੍ਰੀ ਜਗਦੀਸ਼ ਪ੍ਰਭ ਜੂ, ਉੱਥੇ ਵੇਖ ਕਰਕੇ ਵਿਵੇਕ ਦੀਆਂ ਫੌਜਾਂ ਨੂੰ ਵੀਰੇਨਾਥ ਨੂੰ ਸ਼੍ਰੀ ਮੁਕਤੀ ਨੂੰ ਦੇਣ ਵਾਲੇ ਜਗਤ ਦੇ ਈਸ਼ਵਰ ਪਰ ਵਿਸ਼ੇਸ਼ ਕਰਕੇ ਜੋ ਭੂਮਾ ਰੂਪ ਹੈ ਪ੍ਰਭੂ ਸੱਤਾ ਨੂੰ ਪ੍ਰਾਪਤ ਜੂ ਜੀ ਸਰਬਲੋ ਭਗਵਾਨ ਜੀ ਦਈ ਆਗਿਆ ਵਿਵੇਕ ਹੀ, ਆਪ ਜੀ ਨੇ ਆਗਿਆ ਦਿੱਤੀ ਅਵਿਵੇਕ ਦੇ ਤਾਈ। ਅਬ ਲੇਹੋ ਆਗਾ ਅਵਿਵੇਕ ਕਹੋ, ਅਵਿਵੇਕ ਦਾ ਜਾ ਕਰਕੇ ਤੂੰ ਅੱਗਾ ਲੈਣਾ ਕਰ, ਸਾਹਮਣਾ ਕਰ। ਭਿੜ ਕਰੋ ਸੰਗਰ ਅਭਿਸ਼ੇਕ ਹੀ, ਹਾਂ ਭਿੜ ਕੇ ਤੁਸੀਂ ਸੰਗਰ ਯੁੱਧ ਕਰੋ। ਅਭਿਸ਼ੇਕ ਮੈਨੇ ਰਾਜ ਤਿਲਕ ਪ੍ਰਾਪਤ ਕਰਨ ਲਈ। ਅਭਿਸ਼ੇਕ ਪਹਿਲਾ ਪਾਠ ਹੈ ਤੇ ਦੂਜਾ ਪਾਠ ਅਬਖੇਖ ਇਸ ਤਰੀਕੇ ਨਾਲ ਹੈ ਜੀ। ਵੀਰ ਸਾਗਰ ਸੁਭਟ ਤਾਮ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਵਿਵੇਕ ਦੀਆਂ ਫੌਜਾਂ ਨੇ ਤੇ ਉਹਦੇ ਵਿੱਚ ਵੀ ਸਮੁੰਦਰ ਦੀ ਨਿਆਈ ਸੂਰਮੇ ਹਨ। ਤਰੰਗ ਆਜਦ ਦੁੱਤ ਘਨੀ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸ਼ਸਤਰ ਪਹਿਨੇ ਨੇ ਇਹ ਮਾਨੋ ਤੁਰੰਗਾਂ ਉੱਠ ਰਹੀਆਂ ਨੇ ਸਮੁੰਦਰ ਦੇ ਵਿੱਚ, ਜਿਨ੍ਹਾਂ ਸ਼ਸਤਰਾਂ ਦੀ ਦੁੱਤ ਮੈਨੇ ਸ਼ੋਭਾ ਘਣੀ ਬਹੁਤੀ ਹੈ। ਸ਼ਬਦ ਗਰਜਨ ਵੀਰ ਵਾਹਨ, ਹਾਂ ਵੀਰ ਸੂਰਮਿਆਂ ਦੇ ਵਾਹਨ ਅਸਵਾਰੀਆਂ ਨੇ ਜੋ ਉਹਨਾਂ ਦੀ ਜੋ ਆਵਾਜ਼ ਹੈ ਇਹ ਮਾਨੋ ਸਮੁੰਦਰ ਦੀ ਗਰਜ ਹੈ। ਜੋ ਸੂਰਮਿਆਂ ਦੀਆਂ ਸਵਾਰੀਆਂ ਦੇ ਸ਼ਬਦ ਉੱਠਦੇ ਪਏ ਨੇ ਇਹ ਸਮੁੰਦਰ ਦੀ ਗਰਜ ਸਮਝੋ। ਗ੍ਰਾਹ ਗਜ ਰਥ ਬਾਹਨੀ, ਹਾਂ ਗ੍ਰਾਹ ਮੈਨੇ ਤੰਦੂਏ ਤੇ ਜਿਹੜੇ ਗੁਰੂ ਖਾਲਸਾ ਜੀ ਗਜ ਹਾਥੀ ਤੇ ਬਾਹਨ ਅਸਵਾਰੀਆਂ ਫਿਰਦੀਆਂ ਨੇ, ਰਥ ਫਿਰਦੇ ਨੇ। ਇਹ ਤੰਦੂਏ ਅੱਗੇ ਨੱਕਰ ਆਏਗਾ, ਨੱਕਰ ਮਗਰਮੱਛ ਨੂੰ ਕਹਿੰਦੇ ਨੇ, ਮਗਰਮੱਛ ਤੇ ਤੰਦੂਏ ਸਮਝੋ। ਨੱਕਰ ਬਾਜ ਸਿਬਾਰ ਸੀਪਨ, ਅਰਥ ਵੇਲੇ ਗੁਰੂ ਖਾਲਸਾ ਜੀ ਗ੍ਰਾਹ ਗਜ ਰਥ ਬਾਹਨੀ ਜਿਹੜੇ ਹਾਥੀ ਨੇ ਉਹ ਤੰਦੂਏ ਸਮਝੋ ਤੇ ਰਥਾਂ ਦੀਆਂ ਜਿਹੜੀਆਂ ਸਵਾਰੀਆਂ ਨੇ ਮਗਰਮੱਛ ਸਮਝੋ। ਯੁੱਧ ਦਾ ਮੈਦਾਨ ਸਮੁੰਦਰ ਦੀ ਨਿਆਈ ਹੈ। ਇਸ ਤਰ੍ਹਾਂ ਸਮੁੰਦਰ ਦੇ ਜੀਵ ਜੰਤੂ ਮਹਾਰਾਜ ਜੀ ਅਲੰਕਾਰ ਬਣ ਕੇ ਦਰਸਾ ਰਹੇ ਨੇ। ਇਹ ਉਪਮਾ ਅਲੰਕਾਰ ਮਹਾਰਾਜ ਨੇ ਇੱਥੇ ਵਰਤਿਆ ਹੈ। ਸੋ ਇਹ ਨੱਕਰ ਦਾ ਇਸ ਪ੍ਰਕਾਰ ਉੱਪਰਲੀ ਤੁਕ ਨਾਲ ਹੋਵੇਗਾ। ਨੱਕਰ ਬਾਜ ਸਿਬਾਰ ਸੀਪਨ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਘੋੜੇ ਨੇ ਯੁੱਧ ਦੇ ਮੈਦਾਨ ਵਿੱਚ ਸਿਬਾਰ ਜਾਲਾ ਸਮਝੋ। ਜਿਹੜਾ ਯੁੱਧ ਦਾ ਮੈਦਾਨ ਸਮੁੰਦਰ ਦੀ ਨਿਆਈ ਹੈ। ਇਸੇ ਤਰ੍ਹਾਂ ਚਰਮ ਗੈਂਡੇ ਦੇ ਢਾਲੇ ਨੇ ਉਹਨਾਂ ਨੂੰ ਸਿੱਪੀਆਂ ਸਮਝ ਲੈਣਾ ਕਰੋ। ਸਿਖਾ ਦੁੱਬ
ਦੁੱਬਾ ਹਰੇ। ਹਾਂ, ਦੁੱਬਾ ਗੁਰੂ ਖਾਲਸਾ ਜੀ ਘਾਹ ਹੁੰਦਾ ਹੈ। ਇਹ ਹਰੇ ਖੱਬਲ ਨੂੰ ਕਹਿੰਦੇ ਨੇ, ਨਵਾਂ ਉੱਗਿਆ ਘਾਹ। ਖੁਸ਼ੀਆਂ ਦੇ ਸਮੇਂ ਇੱਕ ਦੂਜੇ ਨੂੰ ਲੋਕ ਪਹਿਲੇ ਸਮਿਆਂ 'ਚ ਦੁੱਬ ਦਿੰਦੇ ਹੁੰਦੇ ਸੀ ਵੀ ਆਪ ਵੀ ਹਰੇ ਭਰੇ ਰਹੋ, ਦੁੱਬ ਵਾਂਗੂ ਵਧੋ ਫੁੱਲੋ। ਇਸ ਤਰੀਕੇ ਦੇ ਨਾਲ ਉਹਨਾਂ ਦੀ ਇਹ ਮਨੌਤ ਹੁੰਦੀ ਸੀ। ਤੋ ਸਿੱਖਾਂ ਮੈਨੇ ਬੋਧੀਆਂ, ਜੋ ਸੂਰਮਿਆਂ ਦੀਆਂ ਬੋਧੀਆਂ ਨੇ, ਇਹ ਮਾਨੋ ਵੀ ਦੁੱਬਾ ਘਾਹ ਹੈ, ਹਰਿਆ ਭਰਿਆ। ਟਿਕਾਓ ਦੇ ਕੇ ਮਹਾਰਾਜ ਸਾਹਿਬ ਅੱਗੇ ਕਿਰਪਾ ਕਰਦੇ ਪਏ ਨੇ ਸੱਚੇ ਪਾਤਸ਼ਾਹ ਜੀ। ਸੰਖ ਮੀਨ ਨਿਖੰਗ ਹੀਰਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਸੰਖ ਵੱਜਦੇ ਪਏ ਨੇ ਇਹਨਾਂ ਨੂੰ ਮੀਨ ਮੱਛੀਆਂ ਸਮਝੋ, ਤੇ ਜਿਹੜੇ ਨਿਖੰਗ ਪੱਥੇ, ਨਿਖੰਗ ਨਾਮ ਪੱਥਿਆਂ ਦਾ ਹੈ, ਜਿਹੜੇ ਪੱਥੇ ਹਨ ਇਹਨਾਂ ਨੂੰ ਹੀਰਨ ਹੀਰੇ ਸਮਝੋ। ਯੁੱਧ ਦੇ ਸਮੁੰਦਰ ਦੇ ਵਿੱਚੋਂ ਹੀਰੇ ਨਿਕਲਦੇ ਨੇ। ਯੁੱਧ ਦਾ ਮੈਦਾਨ ਜਿਹੜਾ ਸਮੁੰਦਰ ਦੀ ਨਿਆਈ ਹੈ, ਇਹਦੇ ਵਿੱਚ ਜਿਹੜੇ ਨਿਖੰਗ ਨੇ ਇਹ ਹੀਰਿਆਂ ਦੀ ਨਿਆਈ ਸਮਝਣਾ ਕਰੋ। ਬ੍ਰਿਸ਼ ਧਵਜਾ ਉਮਾਹ ਹੈ। ਧਵਜਾ ਮੈਨੇ ਝੰਡੀਆਂ, ਜਿਹੜੀਆਂ ਝੰਡੀਆਂ ਉਮਾਹ ਮੈਨੇ ਉਤਸ਼ਾਹ ਦੇ ਨਾਲ ਉਛਲਦੀਆਂ ਪਈਆਂ ਨੇ, ਇਹ ਗੁਰੂ ਖਾਲਸਾ ਜੀ ਰੁੱਖ ਸਮਝੋ ਸਮੁੰਦਰ ਦੇ ਵਿੱਚ ਉੱਗੇ ਹੋਏ। ਮਨਲ ਸੂਰਨ ਤੇਜ ਤਾਮ ਹੈ। ਇਸੇ ਤਰੀਕੇ ਦੇ ਨਾਲ ਸਮੁੰਦਰ ਦੇ ਵਿੱਚੋਂ ਗੁਰੂ ਖਾਲਸਾ ਜੀ ਅੱਗ ਨਿਕਲਦੀ ਹੈ, ਦਾਵਾ ਜਵਾਲਾਮੁਖੀ ਅੱਗ ਨਿਕਲਦੀ ਹੈ। ਸੂਰਮਿਆਂ ਦੇ ਮਨ ਵਿੱਚ ਜਿਹੜਾ ਯੁੱਧ ਲਈ ਤੇਜ ਹੈ, ਗੁੱਸਾ ਹੈ, ਇਹ ਮਾਨੋ ਵੀ ਸਮੁੰਦਰ ਦੇ ਵਿੱਚੋਂ ਅੱਗ ਨਿਕਲਦੀ ਪਈ ਹੈ। ਤੇ ਸਮੁੰਦਰ ਦੇ ਵਿੱਚੋਂ ਗੋਲ ਜੁਗ ਦਲ ਨਾਹ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਲ ਨਾਹ, ਦਲ ਦੇ ਜਿਹੜੇ ਨਾਹ ਪਤੀ, ਇੱਕ ਪਾਸੇ ਵੀਰਯਨਾਦ ਹੈ, ਇੱਕ ਪਾਸੇ ਸਰਬਲੋ ਹੈ। ਇਹ ਕਹਿੰਦੇ ਯੁੱਧ ਰੂਪੀ ਸਮੁੰਦਰ ਦੇ ਯੁੱਗ ਦੋ ਕੂਲ ਕਿਨਾਰੇ ਸਮਝ ਲਵੋ। ਸੂਰਤਾ ਗੰਭੀਰਤਾ ਮਹਿ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਸੂਰਮਿਆਂ ਦੇ ਵਿੱਚ ਸੂਰਮਤਾਈ ਹੈ, ਇਹ ਸਮੁੰਦਰ ਦਾ ਗੰਭੀਰ ਡੂੰਘਾਪਣਾ ਸਮਝ ਲਓ। ਤਾਤ ਇਸ ਸਮੁੰਦਰ ਵਿੱਚ ਡੂੰਘਾਪਣਾ ਹੈ। ਯਾ ਬਿਉਂਤ ਸੈਨਾ ਸਾਗਰੀ। ਇਸ ਬਿਉਂਤ ਦੇ ਨਾਲ, ਵਿਧੀ ਦੇ ਨਾਲ ਜਿਹੜੀ ਸੈਨਾ ਹੈ ਉਹ ਸਮੁੰਦਰ ਦੀ ਨਿਆਈ ਖਾਲਸਾ ਜੀ ਸਮਝੋ। ਇਹ ਮਹਾਰਾਜ ਨੇ ਅਲੰਕਾਰ ਦਿੱਤਾ ਹੈ। ਅਬਿਵੇਕ ਦਲ ਮਲ ਸਬਲ ਪ੍ਰਬਲ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਜਿਹੜੀ ਅਬਿਵੇਕ ਦੀ ਸੈਨਾ ਹੈ ਇਹ ਸਮੁੰਦਰ ਦੀ ਨਿਆਈ ਹੈ। ਗੁਰੂ ਖਾਲਸਾ ਜੀ ਭਾਵੇਂ ਵਿਵੇਕ ਦੀ ਸਮਝ ਲਓ, ਭਾਵੇਂ ਅਬਿਵੇਕ ਦੀ ਸਮਝ ਲਓ, ਕਿਉਂਕਿ ਕਿਨਾਰੇ ਦੋ ਨੇ, ਇੱਕ ਪਾਸੇ ਸਰਬਲੋ ਹੈ, ਇੱਕ ਪਾਸੇ ਗੁਰੂ ਖਾਲਸਾ ਜੀ ਵੀਰਯਨਾਦ ਹੈ। ਜੇ ਉੱਪਰੋਂ ਸ਼ੁਰੂ ਕਰੀਏ, ਅਬ ਲਿਓ ਆਗਾ ਅਬਿਵੇਕ ਕੋ ਪਿੜ ਕਰੋ ਸੰਗਰ ਅਭਿਸ਼ੇਕ ਹੀ, ਤੇ ਇੱਥੇ ਗੁਰੂ ਖਾਲਸਾ ਜੀ ਵਿਵੇਕ ਦਾ ਪ੍ਰਕਰਨ ਚੱਲਦਾ ਹੈ। ਇਧਰੋਂ ਵਿਵੇਕ ਦੀ ਫੌਜ ਸਮਝੀ ਜਾਂਦੀ ਹੈ। ਜੇ ਪਿਛਲੇ ਬੰਨੇ ਜਾਈਏ ਉੱਥੇ ਮਹਾਰਾਜ ਅਬਿਵੇਕ ਤੇ ਗੱਲ ਜਾ ਕੇ ਨਿਬੇੜਦੇ ਨੇ। ਇਧਰੋਂ ਗੁਰੂ ਖਾਲਸਾ ਜੀ ਇਹ ਅਬਿਵੇਕ ਦਾ ਅਲੰਕਾਰ ਬਣ ਜਾਂਦਾ ਹੈ। ਦੋਨਾਂ ਦਾ ਹੀ ਸਮਝ ਲਓ, ਜਿਹੜੀ ਦੋਨਾਂ ਦੀ ਰਲੀ ਮਿਲੀ ਫੌਜ ਹੈ, ਵਿਵੇਕ ਤੇ ਅਬਿਵੇਕ ਦਾ ਦਲ ਹੈ, ਜਿਹਦੇ ਵਿੱਚ ਸਬਲ ਕਹੀਏ ਸਬਲ ਵਰਗੇ ਪ੍ਰਬਲ, ਮਲ ਕਹੀਏ ਪਹਿਲਵਾਨਾਂ ਵਰਗੇ ਸੂਰਮੇ ਨੇ। ਰੁਪਿਓ ਸੰਗਰ ਗਾਖਰੀ। ਰੁਪਿਓ ਆ ਖਲੋਤੇ ਨੇ ਸੰਗਰ ਜੰਗ ਦੇ ਮੈਦਾਨ ਵਿੱਚ, ਗਾਖਰੀ ਗਾਖ ਕੇ ਨੱਥ ਕੇ ਤਨਾਤ ਹੋ ਕਰਕੇ। ਅਚਲ ਕਨਕ ਗਿਰ ਰਾਜ ਨਰਹਰ। ਹਾਂ, ਅਚਲ ਕਨਕ ਕਹਿੰਦੇ ਨੇ ਸਮੀਰ ਪਰਬਤ ਨੂੰ, ਗਿਰ ਰਾਜ ਕਹਿੰਦੇ ਨੇ ਮੰਦਰਾਂਚਲ ਪਰਬਤ ਨੂੰ। ਮੰਦਰਾਂਚਲ ਪਰਬਤ ਵਰਗੇ ਜੋ ਸਮੀਰ ਪਰਬਤ ਹੈ ਉਹਦੇ ਉੱਪਰ ਖਲੋਤੇ ਨੇ ਨਰ ਹਰੀ ਸਰਬਲੋ ਭਗਵਾਨ ਜੀ। ਵਿਵੇਕ ਨਿਸਸ ਉਜਾਗਰੀ। ਹਾਂ, ਨਿਸਸ ਕਹਿੰਦੇ ਨਿਸ ਇਸ ਜੋ ਰਾਤ ਦਾ ਮਾਲਕ ਚੰਦਰਮਾ ਹੈ, ਤੇ ਵਿਵੇਕ ਕਹਿੰਦੇ ਨੇ ਗਿਆਨ ਨੂੰ। ਉਜਾਗਰੀ ਮੈਨੇ ਪ੍ਰਸਿੱਧ, ਵਿਵੇਕ ਦੇ ਸਹਿਤ ਤੇ ਜੋ ਚੰਦਰਮੇ ਵਾਂਗੂ ਪ੍ਰਸਿੱਧ ਨੇ, ਖਲੋਤੇ ਨੇ ਸਮੇਰ ਪਰਬਤ ਦੇ ਉੱਪਰ ਸ਼ੁਭਾਇਮਾਨ ਨੇ। ਨਹਿ ਸ਼ੋਭ ਰੰਚਕ ਸੈਨ ਸਤਰਨ। ਹਾਂ, ਜੋ ਸ਼ਤਰੂਆਂ ਦੀ ਸੈਨਾ ਹੈ ਅਬਿਵੇਕ ਦੀ ਸਮੁੰਦਰ ਵਰਗੀ, ਉਹਨੂੰ ਵੇਖ ਕਰਕੇ ਮਨ ਵਿੱਚ ਕਿਸੇ ਪ੍ਰਕਾਰ ਦਾ ਸ਼ੋਭ ਦੁੱਖ ਨਹੀਂ ਹੈ। ਅਬ ਚੱਲ ਅਚਲ ਸੁਭਾਗਰੀ। ਸੁਭਾਗਰੀ ਕਹੀਏ ਸੁਭਾਗ ਵਾਲੇ, ਅਚਲ ਮੈਨੇ ਪਹਾੜ ਵਾਂਗੂ, ਅਬਚਲ ਮੈਨੇ ਜਿਹੜੇ ਟਿਕੇ ਹੋਏ ਨੇ ਸਰਬਲੋ ਭਗਵਾਨ ਜੀ। 16 ਦਾ ਇੱਕ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ।
ਅਚਲ ਕਨਕ ਗਿਰ ਰਾਜ ਨਰਹਰ, ਵਿਵੇਕ ਨਿਸਸ ਉਜਾਗਰੀ, ਨਹ ਸ਼ੋਭ ਰੰਚਕ ਸੈਨ ਸਤੁਰਨ, ਅਬ ਚਲ ਅਚਲ ਸੌਭਾਗਰੀ, ਸੋਲਹਾ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।